ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਸ ਗੁਰ ਮਿਲੈ ਤਿਸ ਪਾਰ ਉਤਾਰੈ, ਔਗੁਣ ਮਿਟੈ ਗੁਣ ਨਿਸਤਾਰੈ। ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ, ਗੁਰਮੁਖ ਕਦੇ ਨਾ ਆਵੈ ਹਾਰ। ਤਨ ਹਟੜੀ ਇਹ ਮਨ ਵਣਜਾਰਾ, ਨਾਨਕ ਸਹਜੇ ਸਚ ਵਾਪਾਰਾ। ਮੈਂ ਨਾਹੀਂ ਕਛ ਹਉ ਨਹੀਂ, ਕਿਛ ਆਹੈ ਨਾ ਮੋਰਾ। ਅਵਸਰ ਲੱਜਾ ਰਾਖ ਲੇਹੁ, ਸਦਨਾ ਜਨ ਤੋਰਾ। ਜਗਤ ਜੋ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਅਸ਼ਟਮ ਬਲਬੀਰਾ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਗੁਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਜੁੜ ਬੈਠੇ ਅਤੇ ਦੂਰ ਦੁਰਾਡੇ ਦੂਰਦਰਸ਼ਨ ਰਾਹੀਂ ਇਸ ਸਤ ਸੰਗਤ ਦਾ ਲਾਹਾ ਪ੍ਰਾਪਤ ਕਰਨ ਲਈ ਸ਼ਰਵਣ ਕਰ ਰਹੇ ਸਮੂਹ ਗੁਰਮੁਖ ਪਿਆਰਿਓ, ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰੂ ਦਰਬਾਰ ਵਿੱਚ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਵਿੱਚ ਅੱਜ ਜੋ ਅੰਮ੍ਰਿਤ ਬਚਨ ਸਾਨੂੰ ਗੁਰੂਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, 2 ਸ਼ਲੋਕ ਤੇ ਪੌੜੀ ਦੇ ਰੂਪ ਵਿੱਚ ਪੰਚਮ ਗੁਰੂਦੇਵ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਤੇ ਉਹਨਾਂ ਦੁਆਰਾ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੌੜੀ ਰਾਗ ਦੀ ਵਾਰ ਰੂਪ ਵਿੱਚ ਸੰਗ੍ਰਹਿਤ ਕੀਤਾ ਗਿਆ। ਇਸ ਪਾਵਨ ਬਚਨ ਦੇ ਰਾਹੀਂ ਸਾਹਿਬ ਜੀ ਨੇ ਸਾਨੂੰ ਆਪਣੇ ਜੀਵਨ ਦਾਤੇ, ਜੀਵਨ ਦੇ ਪ੍ਰਤਪਾਲਕ, ਅਨੰਤ ਦਾਤਾਂ ਦੇ ਕੇ ਨਿਵਾਜਣ ਵਾਲੇ, ਜ਼ਿੰਦਗੀ ਦੇ ਕਰਤਾ ਹਰਤਾ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਮਹਿਮਾ ਦਰਸਾਈ ਹੈ। ਨਾਲ ਹੀ ਉਹਨਾਂ ਨਾਮ ਰਸੀਆ ਰੂਹਾਂ ਦੀ ਅਵਸਥਾ ਵੀ ਬਿਆਨ ਕੀਤੀ ਹੈ। ਉਹਨਾਂ ਦੇ ਜੀਵਨ ਵਿੱਚ ਨਿਕਲਣ ਵਾਲੇ ਬਖਸ਼ਿਸ਼ ਭਰਪੂਰ ਨਤੀਜਿਆਂ ਦਾ ਵੀ ਵਰਣਨ ਕੀਤਾ ਹੈ, ਜਿਹੜੇ ਹਰ ਘੜੀ ਹਰ ਸਵਾਸ ਉੱਠਦਿਆਂ ਬੈਠਦਿਆਂ ਦੁਨੀਆ ਦੇ ਕੰਮ ਕਾਜ ਕਰਦਿਆਂ, ਕਿਰਤ ਕਰਦਿਆਂ ਸਿਫਤ ਸਲਾਹ ਨੂੰ, ਕੀਰਤ ਨੂੰ, ਗੁਣਗਾਨ ਨੂੰ, ਵਾਹਿਗੁਰੂ ਜੀ ਦੀ ਪਿਆਰ ਯਾਦ ਨੂੰ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰਦਿਆਂ ਉਚਾਰਨ ਕਰਦੇ ਰਹਿੰਦੇ ਨੇ। ਗੁਰੂ ਪਿਆਰਿਓ, ਇਹ ਜੀਵਨ ਦਾ ਸਮਾਂ ਜਿਹੜਾ ਸਾਨੂੰ ਨਿਸ਼ਚਿਤ ਸਵਾਸਾਂ ਦੇ ਰੂਪ ਵਿੱਚ ਮਿਲਿਆ, ਜਿਹਦੇ ਵਿੱਚ ਸਾਡੇ ਸਰੀਰਾਂ ਨੇ 5 ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੇ ਰਾਹੀਂ ਸੋਚਣਾ, ਵਿਚਾਰਨਾ, ਕਰਨਾ ਤੇ ਵਰਤੋਂ ਵਿਹਾਰ ਸੰਸਾਰ ਦੇ ਲੋਕਾਂ ਨਾਲ ਕਰਨਾ ਹੈ। ਇਹ ਸਾਰਾ ਕੁਝ ਕਰਦਿਆਂ ਸਮਾਂ ਤੇ ਲੰਘ ਜਾਣਾ ਹੁੰਦਾ ਹੈ, ਪਰ ਫਰਕ ਉਦੋਂ ਪੈਂਦਾ ਹੈ ਜਦੋਂ
ਅਸੀਂ ਇਸ ਸਮੇਂ ਨੂੰ ਬੇਧਿਆਨੇ ਹੋ ਕੇ, ਬੇਸੰਜਮੇ ਹੋ ਕੇ, ਲਾਪਰਵਾਹ ਹੋ ਕੇ ਗੁਜ਼ਾਰਦੇ ਹਾਂ ਤਾਂ ਨਤੀਜੇ ਲੰਘ ਰਹੇ ਸਮੇਂ ਦੇ ਹੋਰ ਨਿਕਲਦੇ ਨੇ। ਜਦੋਂ ਇਸੇ ਹੀ ਸਮੇਂ ਵਿੱਚ ਸੁਚੇਤ ਹੋ ਕੇ, ਜਾਗਰਤ ਹੋ ਕੇ, ਗੁਰੂ ਦੇ ਸ਼ਬਦ ਦੀ ਅਗਵਾਈ ਦੇ ਵਿੱਚ ਜੀਵਨ ਦੇ ਮਕਸਦ ਨੂੰ ਸਮਝਦੇ ਹਾਂ, ਜੀਵਨ ਦੇ ਸੱਚ ਨੂੰ ਸਮਝਦੇ ਹਾਂ, ਉਸ ਮਕਸਦ ਦੀ, ਉਸ ਸੱਚ ਦੀ ਪੂਰਤੀ ਲਈ, ਪ੍ਰਾਪਤੀ ਲਈ ਉਹ ਕੁਝ ਕਰਦੇ ਹਾਂ ਜੋ ਕੁਝ ਕਰਨ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਆਖਿਆ, ਤਾਂ ਫਿਰ ਉਹਦੇ ਨਤੀਜੇ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੇ ਸਾਧਾ ਦੇ ਰੂਪ ਵਿੱਚ ਨਿਕਲਦਾ ਹੈ। ਜੀਵਨ ਦੇ ਸਮੇਂ ਨੂੰ, ਲੰਘ ਰਹੀਆਂ ਘੜੀਆਂ ਨੂੰ ਬਤੀਤ ਕਰ ਲੈਣਾ ਇਹ ਹੋਰ ਗੱਲ ਹੈ, ਇਹਨਾਂ ਨੂੰ ਸਫਲਾ ਕਰ ਲੈਣਾ ਹੋਰ ਗੱਲ ਹੈ। ਇਸੇ ਹੀ ਕਰਕੇ ਸਤਿਗੁਰੂ ਕਹਿੰਦੇ, ਜੇ ਜੀਵਨ ਦੇ ਵਿੱਚ ਜਿਹੜੀ ਤੁਹਾਡੀ ਪਹਿਲੀ ਤੇ ਆਖਰੀ ਇੱਛਾ ਹੈ, ਸੁਖ ਸੰਤੁਸ਼ਟੀ ਭਰਿਆ ਆਨੰਦਮਈ ਸਹਿਜ ਟਿਕਾਉ ਵਾਲਾ ਜੀਵਨ ਜਿਉਣ ਦੀ, ਜੇ ਉਸ ਇੱਛਾ ਦੀ ਪੂਰਤੀ ਕਰਨੀ ਹੈ ਤਾਂ ਫਿਰ ਗੁਰੂ ਦੇ ਸ਼ਬਦ ਦਾ ਪੱਲਾ ਪਕੜੋ, ਗੁਰੂ ਦੇ ਸ਼ਬਦ ਨੂੰ ਮਨ ਬਚਨ ਕਰਮ ਕਰਕੇ ਸੁਣੋ, ਪੜੋ, ਗਾਓ, ਵਿਚਾਰੋ, ਫਿਰ ਇਸ ਨੂੰ ਕਮਾਓ। ਇਹ ਗੁਰਮਤ ਜੀਵਨ ਜੁਗਤ ਹੈ। ਕਿਰਤ ਕਰੋ, ਫਿਰ ਕੀਰਤ ਕਰੋ, ਤੇ ਕਿਰਤ ਤੇ ਕੀਰਤ ਨੂੰ ਵੰਡ ਕੇ ਛਕੋ। ਇਹ ਗੁਰਮਤ ਜੀਵਨ ਜੁਗਤ ਅਪਣਾਓਗੇ, ਤੁਹਾਡਾ ਵੀ ਭਲਾ ਹੋਵੇਗਾ, ਤੁਹਾਡੇ ਸੰਪਰਕ ਵਿੱਚ ਆਉਣ ਵਾਲਿਆਂ ਦਾ ਵੀ ਭਲਾ ਹੋਵੇਗਾ। ਤੁਸੀਂ ਇੱਥੋਂ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਨਹੀਂ ਜਾਓਗੇ, ਜੇਤੂ ਬਣ ਕੇ ਜਾਓਗੇ। ਹਾਰਨਾ ਕਿਹਦੇ ਕੋਲੋਂ ਆ? ਅਸੀਂ ਹਾਰਦੇ ਕਿਹਦੇ ਕੋਲੋਂ ਆ? ਮਨੁੱਖਾਂ ਦੇ ਇਸ ਸੰਸਾਰ ਦੇ ਵਿੱਚ ਹਾਰ ਜਿੱਤਾਂ ਕੋਈ ਅਰਥ ਨਹੀਂ ਰੱਖਦੀਆਂ। ਬੰਦਾ ਹਾਰਦਾ ਹੈ ਆਪਣੇ ਹੀ ਅੰਦਰੋਂ ਵਿਕਾਰੀ ਬਿਰਤੀਆਂ ਦੇ ਹੱਥੋਂ, ਹਮੇਸ਼ਾ ਹਾਰਦਾ ਹੈ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਦਵਾਸ਼ ਨਿੰਦਿਆ ਚੁਗਲੀ ਕਰੋ। ਇਹ ਹਾਰ ਜਿਹੜੀ ਹੈ ਇਹ ਨਮੋਸ਼ੀ ਦਵਾਉਂਦੀ ਹੈ। ਇਹ ਹਾਰ ਜਿਹੜੀ ਹੈ ਇਹ ਡਰ ਸਹਿਮ ਚਿੰਤਾ ਪੈਦਾ ਕਰਦੀ ਹੈ। ਇਹੋ ਹੀ ਹਾਰ ਜਿਹੜੀ ਹੈ ਵਿਘਨਾਂ ਰੁਕਾਵਟਾਂ ਦੇ ਰੂਪ ਵਿੱਚ ਸਾਡੇ ਜੀਵਨ ਦਾ ਸੁੱਖ ਚੈਨ ਖੋਂਦੀ ਹੈ। ਪਾਤਸ਼ਾਹ ਕਹਿੰਦੇ, ਮੈਂ ਤੁਹਾਨੂੰ ਹਾਰਿਆ ਹੋਇਆ ਨਹੀਂ, ਗੁਰਮੁਖਾਂ ਦੇ ਰੂਪ ਵਿੱਚ ਜੇਤੂ ਬਣ ਕੇ ਜਿਉਂਦਿਆਂ ਇਸ ਸੰਸਾਰ ਯਾਤਰਾ ਨੂੰ ਸਫਲ ਕਰਦਿਆਂ ਦੇਖਣਾ ਚਾਹੁੰਦਾ। ਮੇਰੇ ਕੋਲ ਆਏ ਹੋ ਚੱਲ ਕੇ, ਤੇ ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਹੋਰ ਕੁਝ ਨਹੀਂ ਹੈ। ਮੇਰੇ ਕੋਲ ਦੇਣ ਵਾਸਤੇ ਕਰਤਾ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨ, ਤੇ ਉਸ ਨਾਮ ਸਿਮਰਨ ਦੇ ਵਿਸਮਾਦੀ ਸੱਚ ਨੂੰ, ਉਹਦੀ ਮਹਿਮਾ ਨੂੰ ਸਮਝਣ ਦੇ ਲਈ ਇਹ ਗੁਰੂ ਦਾ ਸ਼ਬਦ ਹੈ। ਗੁਰੂ ਸਵਾਰੀ ਸਿੰਘ ਸਾਹਿਬ, ਭਾਈ ਰਣਜੀਤ ਸਿੰਘ ਹੋਰੀ ਰੋਜ਼ ਹੁਕਮਨਾਮੇ ਦਾ ਸ਼ਬਦ ਦਾ ਉਚਾਰਨ ਕਰਨ ਤੋਂ ਪਹਿਲਾਂ ਇਹ ਮੰਗਲ ਗੁਰੂ ਦੇ ਸ਼ਬਦ ਦਾ ਸਾਡੇ ਨਾਲ ਸਾਂਝਾ ਕਰਦੇ ਨੇ। ਦਾਤਾਰ ਜੀ ਕਹਿੰਦੇ, ਇਹ ਜੁਗਤ ਹੈ, ਮਤ ਤੇ ਮਿਲ ਗਈ ਤੁਹਾਨੂੰ ਵਾਹਿਗੁਰੂ ਜੀ ਵੱਲੋਂ, ਪਰ ਇਸ ਮਤ ਨੂੰ ਸੁਚੱਜੇ ਢੰਗ ਨਾਲ ਵਰਤਣਾ ਜਾਂ ਕੁਚੱਜੇ ਢੰਗ ਨਾਲ ਵਰਤਣਾ ਇਹ ਤੁਹਾਡੇ ਉੱਤੇ ਹੈ। ਲਾਪਰਵਾਹ ਹੋ ਕੇ, ਬੇਧਿਆਨੇ ਹੋ ਕੇ ਇਸ ਮਤ ਨੂੰ ਵਰਤੋਗੇ, ਵਿਕਾਰੀ ਬਿਰਤੀਆਂ ਤੁਹਾਡੇ ਤੇ ਆਪਣਾ ਪ੍ਰਭਾਵ ਪਾ ਕੇ ਇਹਨੂੰ ਮਤ ਨੂੰ ਮਤ ਨਹੀਂ ਰਹਿਣ ਦੇਣਗੀਆਂ, ਕੁਮਤ ਬਣਾ ਦੇਣਗੀਆਂ। ਤੇ ਫਿਰ ਕੁਮਤ ਦੇ ਨਾਲ ਜੋ ਸੋਚੋਗੇ, ਜੋ ਵਿਚਾਰੋਗੇ, ਜੋ ਕਰੋਗੇ, ਉਹ ਗਲਤ ਨਤੀਜਿਆਂ ਦਾ ਭਾਗੀ ਬਣਾਏਗੀ ਤੁਹਾਨੂੰ। ਪਰ ਇਹੋ ਹੀ ਮਤ ਨੂੰ ਜੇ ਗੁਰੂ ਦੇ ਸ਼ਬਦ ਦੇ ਨਾਲ ਜੋੜ ਦਿਓਗੇ, ਇਹ ਮਤ ਸਧਾਰਨ ਮਤ ਨਹੀਂ ਰਹੇਗੀ, ਇਹ ਸੁਮਤ ਬਣ ਜਾਏਗੀ, ਇਹ ਗੁਰਮਤ ਹੋ ਜਾਏਗੀ। ਮਹਾਰਾਜ ਕਹਿੰਦੇ, ਮੇਰੇ ਕੋਲ ਦੇਣ ਵਾਸਤੇ ਤੁਹਾਡੇ ਲਈ ਇਹੋ ਹੀ ਹੈ। ਇਹ ਸ਼ਬਦ ਹੈ, ਇਹ ਸ਼ਬਦ ਮੈਨੂੰ ਵਾਹਿਗੁਰੂ ਜੀ ਕੋਲੋਂ ਮਿਲਿਆ, ਤੇ ਇਸ ਸ਼ਬਦ ਦੇ ਰਾਹੀਂ ਹੀ ਮੈਂ ਇਸ ਸੰਸਾਰ ਦੇ ਜਗਤ ਜਲੰਦੇ ਦੇ
ਲੋਕਾਂ ਨੂੰ ਆਨੰਦਮਈ ਨਤੀਜਿਆਂ ਦਾ ਭਾਗੀ ਬਣਾਉਣ ਲਈ ਇਸ ਸ਼ਬਦ ਦੇ ਲੜ ਲਾਇਆ। ਤੁਹਾਡੇ ਵਾਸਤੇ ਵੀ ਇਹ ਸਦਾ ਲਈ ਜੁਗੋ ਜੁਗ ਅਟਲ ਰੂਪ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ, ਗੁਰਬਾਣੀ ਦੇ ਰੂਪ ਵਿੱਚ ਤੁਹਾਡੀ ਝੋਲੀ ਪਾਇਆ। ਅੱਜ ਜਿਵੇਂ ਸਾਨੂੰ ਭਾਈ ਸਾਹਿਬ ਜੀ ਨੇ ਦੱਸਿਆ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗੁਰਤਾ ਗੱਦੀ ਪੁਰਬ ਹੈ। ਭਾਈ ਸਾਹਿਬ ਜੀ ਨੇ, ਸਿੰਘ ਸਾਹਿਬ ਨੇ ਵਧਾਈਆਂ ਸਾਂਝੀਆਂ ਕੀਤੀਆਂ। ਫਿਰ ਇੱਕ ਵਾਰੀ ਆਪ ਜੀ ਨਾਲ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਜਿਹੜੇ ਸਾਡੇ ਲੋਕ ਪਰਲੋਕ ਦੇ ਸੁਖ ਦਾਤੇ, ਉਹਨਾਂ ਦੇ ਇਸ ਗੁਰਤਾ ਗੱਦੀ ਪੁਰਬ ਦੀਆਂ ਫਿਰ ਵਧਾਈਆਂ ਸਾਂਝੀਆਂ ਕਰਨ। ਪਰ ਇੱਕ ਗੱਲ ਧਿਆਨ 'ਚ ਰੱਖ ਲਈ ਹੈ, ਇਹ ਵਧਾਈਆਂ ਸਹੀ ਅਰਥਾਂ ਵਿੱਚ ਉਦੋਂ ਹੀ ਵਧਾਈਆਂ ਨੇ ਜਦੋਂ ਗੁਰੂ ਦੀ ਮੱਤ ਨੂੰ ਸ਼ਬਦ ਰੂਪ ਵਿੱਚ, ਗੁਰਬਾਣੀ ਰੂਪ ਦੇ ਵਿੱਚ ਪੂਰਨ ਸਮਰਪਣ ਭਾਵਨਾ ਨਾਲ, ਪੂਰਨ ਸ਼ਰਧਾ ਨਾਲ, ਪੂਰਨ ਭਰੋਸੇ ਨਾਲ ਸੁਣ ਕੇ, ਪੜ੍ਹ ਕੇ, ਗਾ ਕੇ, ਵਿਚਾਰ ਕੇ ਕਮਾਉਣ ਵਾਸਤੇ ਗੁਰੂ ਕੋਲ ਝੋਲੀ ਅੱਡਾਂਗੇ। ਫਿਰ ਇਹ ਵਧਾਈਆਂ ਸਾਨੂੰ ਸੱਚੀ ਮੁੱਚੀ ਉਹ ਆਨੰਦ ਦਾ ਅਨੁਭਵ ਕਰਾਉਣਗੀਆਂ। ਇਹੀ ਗੱਲ ਗੁਰੂ ਰਾਮਦਾਸ ਸਾਹਿਬ ਜੀ ਰੋਜ਼ ਸਾਨੂੰ ਸਮਝਾਉਂਦੇ ਨੇ, ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ, ਰਾਮ ਰਾਜੇ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਹੁਣ ਗੁਰੂ ਦਾ ਦਰਸ਼ਨ ਕੇਵਲ ਅੱਖਾਂ ਨਾਲ ਨਹੀਂ, ਸਰੀਰਕ ਅੱਖਾਂ ਨਾਲ ਨਹੀਂ, ਸੁਰਤੀ ਦੀਆਂ ਅੱਖਾਂ ਨਾਲ ਜਿਹਨੂੰ ਕਰਨਾ ਆਏਗਾ, ਫਿਰ ਇਹ ਸੁਰਤੀ ਦੀਆਂ ਅੱਖਾਂ ਜਦੋਂ ਦਰਸ਼ਨ ਕਰਨਗੀਆਂ ਸ਼ਬਦ ਦੇ, ਤੇ ਸਰੀਰਕ ਕੰਨਾਂ ਨਾਲ ਸੁਣਦਿਆਂ ਮਨ ਦੇ ਸੁਰਤੀ ਦੇ ਕੰਨਾਂ ਨਾਲ ਇਹ ਸੁਣਨਾ ਆ ਜਾਏਗਾ। ਦਾਤਾਰ ਜੀ ਕਹਿੰਦੇ ਫਿਰ ਉਸ ਵੇਲੇ ਨਤੀਜੇ ਨਿਕਲਣਗੇ ਜਿਹੜੇ ਮੇਰੇ ਜੀਵਨ ਵਿੱਚ ਨਿਕਲੇ, ਉਹ ਤੁਹਾਡੇ ਜੀਵਨ ਵਿੱਚ ਵੀ ਨਿਕਲਣਗੇ। ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੂੰ, ਬਾਬਾ ਨਾਨਕ ਸਾਰੀ ਦੁਨੀਆ ਸਾਨੂੰ ਮੱਥੇ ਟੇਕਦੀ ਹੈ, ਸਾਡੇ ਅੱਗੇ ਝੁਕਦੀ ਹੈ, ਪਰ ਅਸੀਂ ਤੈਨੂੰ ਨਹੀਂ ਝੁਕਾ ਸਕੇ। ਦੁਨੀਆ ਸਾਡੀਆਂ ਰਿੱਧੀਆਂ ਸਿੱਧੀਆਂ ਅੱਗੇ, ਕਰਾਮਾਤਾਂ ਅੱਗੇ, ਕਰਾਮਾਤੀ ਸ਼ਕਤੀਆਂ ਅੱਗੇ ਮੱਥੇ ਟੇਕਦੀ ਹੈ। ਤੇਰੇ ਕੋਲ ਕਿਹੜੀ ਕਰਾਮਾਤ, ਤੇਰੇ ਕੋਲ ਕਿਹੜੀ ਇਹੋ ਜਿਹੀ ਸਾਡੇ ਨਾਲੋਂ ਵਿਸ਼ੇਸ਼ ਸ਼ਕਤੀ ਕਿ ਅਸੀਂ ਤੈਨੂੰ ਨਹੀਂ ਝੁਕਾ ਸਕੇ, ਤੇਰੇ ਅੱਗੇ ਝੁਕਣਾ ਪਿਆ। ਸਾਨੂੰ ਉਹ ਕਰਾਮਾਤ ਦਿਖਾ, ਉਹ ਸ਼ਕਤੀ ਦੱਸ ਜਿਹੜੀ ਤੇਰੇ ਕੋਲ, ਜਿਹਨੇ ਸਾਨੂੰ ਤੇਰੇ ਅੱਗੇ ਝੁਕਣ ਲਈ ਮਜਬੂਰ ਕੀਤਾ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਸਿੱਧ ਪੁਰਸ਼ੋ ਮੇਰੇ ਕੋਲ ਕੋਈ ਤੁਹਾਡੇ ਵਰਗੀ ਕਰਾਮਾਤੀ ਸ਼ਕਤੀ ਨਹੀਂ, ਮੇਰੇ ਕੋਲ ਜਿਹੜੀ ਸ਼ਕਤੀ ਹੈ ਜਿਸ ਨੇ ਤੁਹਾਨੂੰ ਵੀ ਝੁਕਣ ਲਈ ਮਜਬੂਰ ਕੀਤਾ, ਉਹ ਸ਼ਬਦ ਦੀ ਸ਼ਕਤੀ ਹੈ, ਸ਼ਬਦ ਨਾਲ ਜੁੜਨ ਵਾਲੇ ਗੁਰਮੁਖਾਂ ਦੀ ਸ਼ਕਤੀ ਹੈ। ਸਿੱਧ ਪੁੱਛਣ ਸੁਣ, ਸਿੱਧ ਬੋਲਣ ਸੁਣ ਨਾਨਕਾ, ਤੋ ਇਹ ਜਗ ਨੂੰ ਕਿਆ ਕਰਾਮਾਤ ਦਿਖਲਾਈ, ਕੁਝ ਵੇ ਖਾਲੇ ਅਸਾਨੋਂ, ਤੋ ਕਿਉਂ ਵੇਹੀ ਢਿੱਲ ਵੇਹੀ ਲਾਈ। ਬਾਬਾ ਬੋਲੇ ਨਾਥ ਜੀ, ਅਸਾਂ ਤੇ ਵੇਖਣ ਜੋਗੀ, ਵੇਖੇ ਜੋਗੀ ਵਸਤ ਨਾ ਕਾਈ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰਬਾਣੀ ਤੇ ਇੱਕ ਗੁਰਬਾਣੀ ਨਾਲ ਪਿਆਰ ਕਰਨ ਵਾਲੇ ਆ ਸਤ ਸੰਗੀ ਜੁੜੇ, ਜਿਹੜੇ ਜੁੜ ਬੈਠੇ, ਇਹਨਾਂ ਦਾ ਓਟ ਆਸਰਾ, ਇਹਨਾਂ ਦੀ ਸ਼ਰਨ, ਇਹਨਾਂ ਦਾ ਪਿਆਰ ਸਤਿਕਾਰ, ਇਹਨਾਂ ਨਾਲ ਪਿਆਰ ਦਾ ਸਤ ਸੰਗੀ ਰਿਸ਼ਤਾ, ਬਸ ਮੇਰੀ ਸ਼ਕਤੀ ਦੇ ਪਿੱਛੇ ਇਹ ਕੰਮ ਕਰਦੀ ਹੈ। ਬਾਣੀ ਤੇ ਇਹਨਾਂ ਗੁਰਮੁਖ ਪਿਆਰਿਆਂ ਦਾ ਸਤ ਸੰਗੀ ਰਿਸ਼ਤਾ ਅੱਜ ਸਾਨੂੰ ਸਮਝਾਉਂਦੇ ਆ ਗੁਰੂਦੇਵ। ਜੇ ਤੁਸੀਂ ਵੀ ਇਸ ਮਾਰਗ ਤੇ ਤੁਰੋਗੇ, ਸ਼ਬਦ ਦੀ ਅਗਵਾਈ ਵਾਲੇ ਮਾਰਗ ਤੇ ਤੁਰੋਗੇ, ਤੁਹਾਡੇ ਜੀਵਨ ਵਿੱਚ ਵੀ ਇਸੇ ਤਰ੍ਹਾਂ ਦੀ ਆਤਮਿਕ ਸ਼ਕਤੀ ਦਾ ਸੰਚਾਰ ਹੋਵੇਗਾ। ਅੱਜ ਤੁਹਾਡੇ ਕੋਲ ਅਗਿਆਨ ਹੈ, ਗੁਰ ਸ਼ਬਦ ਨਾਲ ਜੁੜਦਿਆਂ ਤੁਸੀਂ ਅਗਿਆਨ ਨੂੰ ਗਿਆਨ ਵਿੱਚ ਬਦਲੋਗੇ, ਤੇ ਫਿਰ ਇਸ ਸ਼ਬਦ ਰਾਹੀਂ ਜਦੋਂ ਕਰਤਾ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਮੈਂ ਨਾਹੀ ਪ੍ਰਭ ਸਭ ਕਿਛ ਤੇਰਾ, ਸਭ ਕਿਛ ਤੇਰਾ, ਸਭ ਕਿਛ ਤੇਰਾ, ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਤੁਹਾਡੇ ਕੋਲ ਵਾਹਿਗੁਰੂ ਦੀਆਂ ਸਾਰੀਆਂ ਸ਼ਕਤੀਆਂ
ਸੰਚਾਰਿਤ ਤੁਹਾਡੇ ਅੰਦਰ ਹੋ ਜਾਣਗੀਆਂ। ਤੁਸੀਂ ਨਹੀਂ ਰਹੋਗੇ, ਤੁਸੀਂ ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ ਵਾਲੀ ਵਡਭਾਗੀ ਸੁਭਾਗੀ ਅਵਸਥਾ ਵਿੱਚ ਪਹੁੰਚ ਜਾਓਗੇ। ਅੱਜ ਗੁਰਤਾ ਗੱਦੀ ਦਾ ਪੁਰਬ ਮਨਾਉਣਾ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਤੇ ਇਹ ਮਨਾਉਣ ਦਾ ਮਤਲਬ ਕੀ ਹੈ? ਇੱਥੇ ਆ ਕੇ ਪ੍ਰਸ਼ਾਦ ਕਰਾ ਲਈਏ, ਇੱਥੇ ਆ ਕੇ ਭੇਟਾਵਾਂ ਚੜਾ ਲਈਏ, ਇੱਥੇ ਆ ਕੇ ਸੇਵਾ ਕਰ ਲਈਏ। ਹੋਰ ਭਾਈ ਸਾਹਿਬ ਰੋਜ਼ ਜੋ ਕੁਝ ਕਹਿੰਦੇ ਐ, ਇਸ ਤਰ੍ਹਾਂ ਸੇਵਾ 'ਚ ਹਿੱਸਾ ਪਾਓ, ਇਹ ਹਿੱਸਾ ਪਾਓ, ਕਰੋ, ਮੁਬਾਰਕ ਹੈ, ਸਭ ਕੁਝ ਕਰੋ। ਲੇਕਿਨ ਅੱਜ ਵੀ ਹੁਕਮਨਾਮਾ ਜਿਹੜਾ ਬਖਸ਼ਿਸ਼ ਹੋਇਆ ਉਹ ਕੀ ਹੈ? ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਹਰ ਸੇਤੀ ਮਨ ਰਬ ਰਹਿਆ। ਸੇਵਾ ਇਹ ਹੈ, ਗੁਰੂ ਦੀ ਸੇਵਾ ਇਹ ਹੈ, ਗੁਰੂ ਦਾ ਹੁਕਮ ਮੰਨ ਲੈਣਾ। ਗੁਰੂ ਦੇ ਹੁਕਮ ਨੂੰ ਪਹਿਲਾਂ ਪੂਰਨ ਸਮਰਪਣ ਭਾਵਨਾ ਨਾਲ ਸੁਣਨਾ, ਫਿਰ ਉਸ ਨੂੰ ਵਿਚਾਰਨਾ, ਭਾਵੇਂ ਗਾਇਆ ਭਾਵੇਂ ਪਾਠ ਕੀਤਾ, ਫਿਰ ਵਿਚਾਰ ਕੇ ਉਸ ਹੁਕਮ ਦੀ ਰਮਜ਼ ਨੂੰ ਸਮਝਿਆ, ਉਹਦੇ ਵਿੱਚ ਆਖਿਆ ਕੀ ਗਿਆ ਸਾਡੇ ਲਈ, ਅਗਵਾਈ ਕੀ ਦਿੱਤੀ ਗਈ ਹੈ। ਫਿਰ ਉਹਨੂੰ ਕੇਵਲ ਸੁਣ ਕੇ ਅਣਸੁਣਿਆ ਨਹੀਂ ਕੀਤਾ। ਬਾਹਰ ਭੀੜ ਵਿੱਚ ਜਾ ਕੇ, ਦੁਨੀਆ ਦੀ ਭੀੜ ਵਿੱਚ ਗਵਾਚ ਨਹੀਂ ਗਏ, ਬਲਕਿ ਉੱਥੇ ਜਾ ਕੇ ਵੀ ਭਾਵੇਂ ਦੁਕਾਨ ਤੇ ਬੈਠੇ ਆ, ਭਾਵੇਂ ਕਿਸੇ ਨੌਕਰੀ ਵਾਲੇ ਦਫ਼ਤਰ ਵਿੱਚ ਬੈਠੇ ਆ, ਭਾਵੇਂ ਘਰ ਵਿੱਚ ਕੋਈ ਕੰਮ ਕਾਜ ਕਰ ਰਹੇ ਆ, ਭਾਵੇਂ ਖੇਤੀਬਾੜੀ ਕਰ ਰਹੇ ਆ, ਭਾਵੇਂ ਕੋਈ ਵੀ ਕਾਰਜ ਖੇਤਰ ਹੈ, ਅਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲੇ, ਸਾਡੇ ਸਾਰਿਆਂ ਲਈ ਇਹ ਹੁਕਮ ਹੈ ਕਿ ਇਹ ਗੁਰ ਸ਼ਬਦ ਰੂਪੀ ਮੰਤਰ ਨੂੰ ਉੱਠਦਿਆਂ ਬੈਠਦਿਆਂ ਧਿਆਨ ਵਿੱਚ ਰੱਖਿਆ ਜਾਵੇ, ਤੇ ਫਿਰ ਕਰਮ ਉਹਦੇ ਮੁਤਾਬਕ ਕੀਤੇ ਜਾਣ, ਵਿਚਾਰ ਉਸ ਤਰ੍ਹਾਂ ਦੇ ਬਣਾਏ ਜਾਣ, ਸੁਭਾਅ ਆਦਤਾਂ ਉਸ ਤਰ੍ਹਾਂ ਦੀਆਂ ਬਣਾਈਆਂ ਜਾਣ ਜਿਹੜੀਆਂ ਸਾਡੇ ਅੰਦਰੋਂ ਗੁਰਮੁਖਤਾਈ ਦਾ ਪ੍ਰਗਟਾਵਾ ਕਰਨ, ਸਾਡਾ ਸੁਭਾਅ ਗੁਰਮੁਖਤਾਈ ਵਾਲਾ ਬਣ ਜਾਏ। ਫਿਰ ਜਦੋਂ ਅਸੀਂ ਵਿਚਰੀਏ ਤਾਂ ਦੁਨੀਆ ਦੇ ਵਿੱਚ ਸਾਨੂੰ ਮਨਮੁਖਾਂ ਵਾਂਗ ਨਹੀਂ, ਗੁਰਮੁਖਾਂ ਵਾਂਗ ਵਿਚਰਨਾ ਆ ਜਾਏ। ਦਾਤਾਰ ਜੀ ਕਹਿੰਦੇ ਫਿਰ ਜਦੋਂ ਇਦਾਂ ਵਿਚਰੋਗੇ, ਅੱਜ ਜਿਹੜਾ ਹੁਕਮ ਮਹਾਰਾਜ ਜੀ ਨੇ ਸਾਨੂੰ ਇਹ ਵਿਚਾਰਨ ਵਾਸਤੇ ਬਖਸ਼ਿਆ, ਉਹਦੇ ਨਤੀਜੇ ਸਾਡੇ ਜੀਵਨ ਵਿੱਚ ਨਿਕਲ ਆਉਣਗੇ। ਪਾਤਸ਼ਾਹ ਜੀ ਰਹਿਮਤ ਕਰਨ। ਗੁਰੂ ਦੇ ਪੁਰਬ ਨੂੰ ਮਨਾਉਂਦਿਆਂ ਸਾਨੂੰ ਗੁਰਬਾਣੀ ਦਾ ਇਹ ਬਚਨ ਜਿਹੜਾ ਗੁਰਮੁਖ ਪਿਆਰੇ ਸਿੰਘ ਸਾਹਿਬ ਸੁਣਾਉਂਦੇ ਨੇ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਕਿੱਡਾ ਵੱਡਾ ਵਿਸਮਾਦੀ ਨਤੀਜਾ ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ। 60 ਸਾਲ ਦੀ ਉਮਰ ਤੱਕ ਇਸ ਨਤੀਜੇ ਦੀ ਉਡੀਕ ਤੇ ਕੀਤੀ, ਪਰ ਇਹ ਨਤੀਜਾ ਨਿਕਲਿਆ ਨਹੀਂ। ਪਰ ਜਿੱਦਣ ਸਤਿਗੁਰੂ ਨਾਲ ਜੁੜ ਗਏ, ਸਤਿਗੁਰੂ ਦੀ ਮਤ ਨਾਲ ਜੁੜ ਗਏ, ਫਿਰ ਜੋ ਬਖਸ਼ਿਸ਼ ਹੋਈ ਉਹ ਸਾਡੀ ਝੋਲੀ ਪਾਉਂਦੇ। ਕਹਿੰਦੇ ਮੈਨੂੰ ਇਹ ਅਨੁਭਵ ਹੋਇਆ, ਇਹ ਸੱਚ ਪ੍ਰਤੱਖ ਹੋਇਆ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਫਿਰ ਉਹ ਵੱਖਰਾ ਨਹੀਂ ਰਹਿ ਜਾਂਦਾ, ਉਹ ਸਤਿਗੁਰੂ ਦਾ ਰੂਪ ਹੋ ਜਾਂਦਾ ਹੈ, ਸਤਿਗੁਰੂ ਹੀ ਹੋ ਜਾਂਦਾ ਹੈ। ਕੇਵਲ ਸਰੀਰ ਦੋ ਹੁੰਦੇ ਨੇ, ਨਾਨਕ ਏਕ ਜੋਤ ਦੋਏ ਮੂਰਤੀ, ਸ਼ਬਦ ਮਿਲਾਵਾ ਹੋਏ, ਮੂਰਤਾਂ ਹੀ ਸਰੀਰ ਹੀ ਦੋ ਰਹਿ ਜਾਂਦੇ ਨੇ। ਜੋਤ ਰੂਪ ਵਿੱਚ ਗੁਰੂ ਤੇ ਗੁਰੂ ਦਾ ਸਿੱਖ ਇੱਕ ਹੋ ਜਾਂਦੇ ਨੇ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣਾ। ਮੈਂ ਬੇਨਤੀ ਕੀਤੀ ਸੀ ਕਿ ਸਰੀਰਾਂ ਕਰਕੇ ਮੈਂ ਵੀ ਆਇਆ, ਤੁਸੀਂ ਵੀ ਆਏ, ਸਾਰੇ ਜਾਣੇ ਆਏ। ਹੁਣ ਸਰੀਰਾਂ ਤੋਂ ਅੱਗੇ ਸੁਰਤੀਆਂ ਕਰਕੇ ਗੁਰੂ ਦੇ ਹਜ਼ੂਰੀ 'ਚ ਬੈਠਣਾ, ਮਨ ਕਰਕੇ ਬੈਠਣਾ। ਸੁਰਤੀ ਜਿਹੜੀ ਹੈ, ਮਤ ਜਿਹੜੀ ਹੈ, ਉਹ ਗੁਰੂ ਨਾਲ ਜੋੜਾਂਗੇ ਤਾਂ ਫਿਰ ਇਹ ਗੁਰਮਤ ਹੋ ਜਾਏਗੀ, ਜਿਹੜੀ ਸਾਨੂੰ ਗੁਰਮੁਖ ਬਣਾਏਗੀ। ਮਹਾਰਾਜ ਕਹਿੰਦੇ ਇਹ ਬਾਣੀ ਜੋ ਜੀਉ ਜਾਣਾ ਤਿਸ ਅੰਤਰ ਰਵੈ ਹਰ ਨਾਮਾ। ਤੁਹਾਨੂੰ ਨਾਮ ਸਿਮਰਨ ਕਰਨਾ ਨਹੀਂ ਪਏਗਾ, ਨਾਮ ਸਿਮਰਨ ਚੱਲ ਪਏਗਾ ਅੰਦਰ। ਸਹਿਜ ਸੁਭਾਅ ਹੀ ਇਹ ਸਿਮਰਨ ਚੱਲੇਗਾ। ਗੁਰਮੁਖ ਰੋਮ ਰੋਮ ਹਰ ਧਿਆਵੈ, ਉਹਦਾ ਤੇ ਰੋਮ ਰੋਮ ਹੀ ਜਿਹੜਾ ਉਹ ਸਿਮਰਨ ਕਰਦਾ ਹੈ, ਆਪੇ ਹੀ ਚੱਲਦਾ ਹੈ, ਸਹਿਜ ਸੁਭਾਅ 'ਚ ਚੱਲਦਾ। ਅੱਜ ਗੁਰੂਦੇਵ ਇਹੋ ਹੀ ਬਚਨ ਸਾਡੇ ਨਾਲ ਕਰਦੇ ਹੈ। ਦਾਤਾਰ ਪਾਤਸ਼ਾਹ ਬਚਨ ਕਰਦੇ,
सतगुरु वाहिगुरु पार ब्रह्म फरमाया, मैं उठा सहज सुभाए, अन्न धन बहुत उपजया, पृथ्वी रजी तिपत अगाए। प्रमाण दिता पातशाह जी ने सानू उस अंदर दी बख्शिश भरी अवस्था जिहड़ी गुरु दे शब्द नाल जुड़ के नाम सिमरन दा परवाह साडे अंदर चला दिंदी है, उस अवस्था नू समझाउण वास्ते एक प्रमाण दिता। महाराज कहंदे देखो तुहाडे आले दुआले आसमान ते धरती ते की कौतक वापरदा है। जदों धरती नू लोड़ पैंदी है बारिश दियां बूंदां दी, उहदे अंदरों इच्छा उठदी है, वो इच्छा पुकार बनदी है, ते वो पुकार सुनी जाती है वाहिगुरु जी दे कोल जिहड़े धरती दे साजणहारे ने। वो पुकार सुन के वाहिगुरु जी आसमान तो मींह बरा दिंदे है। उस मींह दियां बूंदां नाल ये धरती दी प्यास तपश बुझ जाती है। इहदे विच फिर ऐसा रजेवा आउंदा है, ये धरती अपने विचों उस बारिश दियां बूंदां नाल अन्न पैदा करदी है। वो अन्न इस संसार दे जीवां दी भुख मिटाउंदा एक खेड वापरदी है। इस धरती दी पुकार विचों वो पुकार पहुंचदी है वाहिगुरु जी करता पुरख कोल, ते वो पुकार सुन के फिर हुक्म जारी करते हैं, जिसका महाराज जिक्र करते कहते पार ब्रह्म फरमाया, मींह उठा सहज सुभाए। वाहिगुरु जी ने हुक्म किया मींह वराउण दे लई, ते ये मींह वाहिगुरु जी दे हुक्म विच फरमान विच आसमान तो बूंदां बन के धरती ते आया, अपने आप ही वरिया। ਇਹ ਕੁਦਰਤ ਦਾ ਇੱਕ ਆਦ ਜੁਗਾਦੀ ਨਿਯਮ ਹੈ। ਧਰਤੀ ਨੂੰ ਜਦੋਂ ਲੋੜ ਪੈਂਦੀ ਹੈ ਇਸ ਬਾਰਿਸ਼ ਦੀ ਮੀਂਹ ਦੀ, ਤਾਂ ਕਰਤਾ ਪੁਰਖ ਵਾਹਿਗੁਰੂ ਜੀ ਨੇ ਇਹ ਨਿਯਮ ਬਣਾਤਾ ਕਿ ਇੱਥੇ ਮੀਂਹ ਵਰੇ। ਇਸ ਮੀਂਹ ਦੇ ਵਰਨ ਨਾਲ ਇਹ ਧਰਤੀ ਜਿਹੜੀ ਹੈ ਐਸੀ ਸਮਰੱਥ ਬਣੇ ਕਿ ਇਹਦੇ ਵਿੱਚ ਅੰਨ ਧਨ ਪੈਦਾ ਹੋਵੇ, ਅਨਾਜ ਪੈਦਾ ਹੋਵੇ, ਪੇੜ ਪੌਦੇ ਬਨਸਪਤੀ ਪੈਦਾ ਹੋਣ, ਉਹਦੇ ਉੱਤੇ ਸਬਜ਼ੀਆਂ ਫਲ ਇਤਿਆਦ ਇਸ ਸੰਸਾਰ ਦੇ ਜੀਵਾਂ ਦੀ ਤ੍ਰਿਪਤੀ ਦੇ ਲਈ ਪੈਦਾ ਹੋਵੇ, ਉਪਜੇ। ਇਹ ਨਿਯਮ ਬਣਾਇਆ ਹੋਇਆ ਹੈ ਕੁਦਰਤ ਨੇ, ਵਾਹਿਗੁਰੂ ਨੇ ਕੁਦਰਤ ਨੂੰ ਸਾਜ ਕੇ ਇਹਦੇ ਵਿੱਚ ਇਹ ਆਪਣੀ ਹੁਕਮੀ ਮਰਜ਼ਾਦਾ ਰੱਖੀ ਹੋਈ ਹੈ। ਇਹ ਆਦ ਜੁਗਾਦੀ ਹੈ। ਹੁਣ ਇੱਥੇ ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ 'ਚ ਕਰ ਦਿਆਂ। ਇਹ ਪ੍ਰਮਾਣ ਤੇ ਸਤਿਗੁਰੂ ਨੇ ਦਿੱਤਾ, ਲੇਕਿਨ ਇਸ ਸੰਸਾਰ ਦੇ ਲੋਕਾਂ ਨੇ ਅੱਜ ਕੁਦਰਤ ਨੂੰ, ਕੁਦਰਤ ਦੀ ਇਸ ਕਰਤਾ ਪੁਰਖ ਵੱਲੋਂ ਹੋਈ ਬਣਾਈ ਹੋਈ ਮਰਜ਼ਾਦਾ ਨੂੰ ਐਸਾ ਆਪਣੀ ਹਉਮੈ ਖੁਦਗਰਜ਼ੀ ਦੇ ਅਧੀਨ ਡਿਸਟਰਬ ਕੀਤਾ, ਇਹ 'ਚ ਵਿਘਨ ਪਾਏ ਕਿ ਅੱਜ ਆਪ ਹੀ ਉਹਦੇ ਨਤੀਜੇ ਭੁਗਤ ਰਿਹਾ ਹੈ। ਵਾਹਿਗੁਰੂ ਜੀ ਨੇ ਬੜੇ ਸੋਹਣੇ ਮੌਸਮ ਜਿੱਥੇ ਜਿੱਥੇ ਜਿਸ ਤਰ੍ਹਾਂ ਦੀ ਲੋੜ ਸੀ ਰੁੱਤਾਂ ਵੀ ਬਣਾਈਆਂ, ਸਭ ਕੁਝ ਕੀਤਾ, ਲੇਕਿਨ ਮਨੁੱਖ ਨੇ ਆਪਣੀ ਅਵੇਸਲੇਪਣ ਦੀ ਬੇਧਿਆਨੇ ਬੇਸੰਜਮੇਪਣ ਵਾਲੀ ਬਿਰਤੀ ਦੇ ਅਧੀਨ ਸਭ ਕੁਝ ਕੁਦਰਤ ਦੇ ਵਿੱਚ ਵਿਘਨ ਪਾ ਕੇ ਆਪਣੇ ਲਈ ਦੁਖਦਾਈ ਨਤੀਜੇ ਕੱਢ ਲਏ। ਅੱਜ ਮੌਸਮ ਵੀ ਹੋਰੀ ਤਰ੍ਹਾਂ ਦੇ ਹੋ ਗਏ। ਇੱਥੇ ਕੁਦਰਤ ਦਾ ਜਿਹੜਾ ਇਹ ਪੇੜ ਪੌਦਿਆਂ ਦਾ ਸਾਨੂੰ ਮਿਲਿਆ ਹੋਇਆ ਇਹ ਦਾਨ ਸੀ, ਉਹਨੂੰ ਵੀ ਅਸੀਂ ਆਪਣੀ ਹਉਮੈ ਦੇ ਅਧੀਨ ਤਹਿਸ ਨਹਿਸ ਕਰ ਲਿਆ। ਹੁਣ ਫਿਰ ਇਹਦੇ ਮਾੜੇ ਨਤੀਜੇ ਵੀ ਅਸੀਂ ਆਪ ਹੀ ਭੁਗਤ ਰਹੇ ਹਾਂ। ਮੈਂ ਉਹਦੇ ਵਿਸਥਾਰ ਵਿੱਚ ਨਹੀਂ ਜਾਣਾ। ਅੱਜ ਸਾਰੇ ਸਮਾਜ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ। ਪ੍ਰਦੂਸ਼ਣ ਹੋ ਗਿਆ, ਪ੍ਰਦੂਸ਼ਣ ਹੋ ਗਿਆ, ਸਾਹ ਘੁੱਟਿਆ ਜਾ ਰਿਹਾ, ਆਕਸੀਜਨ ਖਤਮ ਹੋ ਗਈ, ਹੁਣ ਜਿਉਣਾ ਦੁੱਭਰ ਹੋ ਗਿਆ, ਸਾਹ ਲੈਣਾ ਦੁੱਭਰ ਹੋ ਗਿਆ। ਹਵਾ ਤੇ ਦਿੱਤੀ ਸੀ ਸਾਨੂੰ ਜੀਵਨ ਚੱਲਦਾ ਰੱਖਣ ਵਾਸਤੇ, ਇਹ ਹਵਾ ਅੱਜ ਮੌਤ ਦਾ ਕਾਰਨ ਬਣ ਗਈ। ਇਹਦੇ ਲਈ ਕੋਈ ਦੂਜਾ ਜ਼ਿੰਮੇਵਾਰ ਨਹੀਂ। ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ ਸੀ, ਮਤ ਤੇ ਮਿਲੀ ਹੈ, ਪਰ ਮਤ ਨੂੰ ਜਦੋਂ ਅਸੀਂ ਕੁਮਤ ਬਣਾ ਕੇ ਵਰਤਦੇ ਹਾਂ ਫਿਰ ਉਹਦੇ ਮਾੜੇ ਨਤੀਜਿਆਂ ਨੂੰ ਵੀ ਸਾਨੂੰ ਹੀ ਭੁਗਤਣਾ ਪੈਂਦਾ। ਅੱਜ ਭੁਗਤ ਰਹੇ ਹਾਂ। ਇਹ ਮੌਸਮ ਦੇ ਬਾਰ-ਬਾਰ ਚਰਚੇ ਟੀਵੀਆਂ ਤੇ ਦਿਖਾਏ ਜਾਂਦੇ ਹੈ,
ਕਿ ਆ ਦੇਖੋ ਅੱਜ ਇੰਨਾ ਪ੍ਰਦੂਸ਼ਣ ਵੱਧ ਗਿਆ, ਅੱਜ ਇੰਨੀ ਕਾਰਬਨ ਵੱਧ ਗਈ, ਅੱਜ ਇੰਨਾ ਇਹ ਵੱਧ ਗਿਆ ਜ਼ਹਿਰੀਲਾਪਣ। ਇਹਦੀ ਲੋੜ ਕਿਉਂ ਪੈ ਗਈ ਭਾਈ? ਕਿਤੇ ਅਸੀਂ ਬੇਸੰਜਮੇ ਹੋ ਗਏ ਤੇ ਹੁਣ ਅਸੀਂ ਡਰਦੇ ਪਏ ਹਾਂ, ਭੈਭੀਤ ਹੋ ਗਏ ਹਾਂ, ਬੇਚੈਨ ਹੋ ਗਏ ਹਾਂ। ਇਹ ਕੀ ਹੋ ਰਿਹਾ ਹੈ? ਇਹ ਬਿਮਾਰੀਆਂ ਇੰਨੀਆਂ ਲੱਗ ਗਈਆਂ। ਮਹਾਰਾਜ ਕਹਿੰਦੇ ਫਿਰ ਦੱਦਾ ਦੋਸ਼ ਨਾ ਦੇਊ ਕਿਸੇ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਮੈਂ ਤੇ ਮਹਾਰਾਜ ਕਹਿੰਦੇ ਤੁਹਾਨੂੰ ਸਮਝਾਇਆ ਸੀ ਇਹ ਗੱਲ, ਸੁਚੇਤ ਕੀਤਾ ਸੀ ਤੁਹਾਨੂੰ, ਮਤ ਨੂੰ ਕੁਮਤ ਨਾ ਬਣਨ ਦਿਓ। ਮੈਂ ਤੁਹਾਨੂੰ ਸਮਤ ਦੇ ਧਾਰਨੀ ਬਣਨ ਵਾਸਤੇ ਇਹ ਸਮਝਾਇਆ ਸੀ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਇਹਨੂੰ ਸਭ ਤੋਂ ਉੱਚੇ ਰਿਸ਼ਤਿਆਂ ਨਾਲ ਜੋੜ ਕੇ, ਇਹਨਾਂ ਨਾਲ ਸਤਿਕਾਰ ਭਰਿਆ, ਆਪਣਤ ਭਰਿਆ ਰਿਸ਼ਤਾ ਬਣਾਉਣ ਦੀ ਤੁਹਾਨੂੰ ਸਿੱਖਿਆ ਦਿੱਤੀ ਸੀ, ਤੁਸੀਂ ਭੁੱਲ ਗਏ। ਤੇ ਉਸ ਭੁੱਲ ਦੇ ਕਰਕੇ ਅੱਜ ਇਹ ਮਾੜੇ ਨਤੀਜੇ ਭੁਗਤ ਰਹੇ ਹੋ। ਅੱਜ ਸ਼ਬਦ ਦੀ ਗੱਲ ਸਾਡੇ ਨਾਲ ਸਾਂਝੀ ਕਰ ਰਹੇ, ਸ਼ਬਦ ਗੁਰੂ ਦੀ ਗੱਲ ਸਾਡੇ ਨਾਲ ਸਾਂਝੀ ਕਰ ਰਹੇ ਕਿ ਜਿਸ ਨੂੰ ਸਤਿਗੁਰੂ ਦੀ ਮੱਤ ਆ ਜਾਏਗੀ, ਉਹਦੇ ਜੀਵਨ ਵਿੱਚ ਵੀ ਇਹੀ ਕੁਝ ਹੋਏਗਾ ਜੋ ਧਰਤੀ ਨਾਲ ਹੋ ਰਿਹਾ ਹੈ। ਤੁਹਾਡੇ ਅੰਦਰੋਂ ਪੁਕਾਰ ਉੱਠੇਗੀ ਜਦੋਂ। ਮਹਾਰਾਜ ਕਹਿੰਦੇ ਜਦੋਂ ਪਿਆਸ ਜਾਗੇਗੀ, ਵਾਹਿਗੁਰੂ ਜੀ ਮੈਂ ਦੁੱਖ ਬੇਚੈਨੀ ਵਿੱਚ ਨਹੀਂ ਜਿਉਣਾ ਚਾਹੁੰਦਾ, ਡਰਿਆ ਸਹਿਮਿਆ ਹੋਇਆ, ਮੈਂ ਤੇ ਮੇਰੇ ਪਰਿਵਾਰ ਨੂੰ ਇਸ ਤਰ੍ਹਾਂ ਦੀ ਤਰਸਯੋਗ ਹਾਲਤ ਵਿੱਚ ਨਹੀਂ ਦੇਖਣਾ ਚਾਹੁੰਦਾ। ਬਾਦਸ਼ਾਹ ਤੁਹਾਨੂੰ ਮੈਂ ਬੇਨਤੀ ਕਰਨ ਵਾਸਤੇ ਇੱਥੇ ਆਇਆ, ਬੇਨਤੀ ਕਰਨ ਵਾਸਤੇ ਆਈ ਹਾਂ, ਸਾਡੀ ਪੁਕਾਰ ਸੁਣ ਲਓ। ਮੈਂ ਤੇ ਮੇਰਾ ਪਰਿਵਾਰ ਕੱਲਾ ਇਹੀ ਨਹੀਂ, ਮੇਰਾ ਭਾਈਚਾਰਾ ਹੀ ਨਹੀਂ, ਇਹ ਮੇਰਾ ਦੇਸ਼ ਹੀ ਨਹੀਂ, ਇਹ ਸਾਰੀ ਧਰਤੀ ਦੇ ਜੀਵ ਮਨੁੱਖਾਂ ਦੇ ਸਮੇਤ ਆਨੰਦ ਵਿੱਚ, ਸੁੱਖ ਵਿੱਚ ਤੁਹਾਡਾ ਦਿੱਤਾ ਹੋਇਆ ਜੀਵਨ ਗੁਜ਼ਾਰਨ। ਪਾਤਸ਼ਾਹ ਮੈਂ ਸਾਰਿਆਂ ਲਈ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਪਾਤਸ਼ਾਹ ਸਾਰਿਆਂ ਦਾ ਭਲਾ ਕਰ ਦਿਓ, ਮੇਰਾ ਵੀ ਕਰੋ, ਮੇਰੇ ਬੱਚਿਆਂ ਮੇਰੇ ਪਰਿਵਾਰ ਦਾ ਵੀ, ਤੇ ਸਾਰਿਆਂ ਦਾ ਭਲਾ ਕਰੋ। ਇਹ ਮੱਤ ਸਾਨੂੰ ਗੁਰੂ ਨੇ ਦਿੱਤੀ ਸੀ। ਮਹਾਰਾਜ ਕਹਿੰਦੇ ਇਹ ਮੱਤ ਨਾਲ ਬੇਨਤੀਆਂ ਕਰੋਗੇ ਤਾਂ ਜਿੱਦਾਂ ਧਰਤੀ ਦੀ ਪੁਕਾਰ ਸੁਣ ਕੇ ਵਾਹਿਗੁਰੂ ਜੀ ਮੀਂਹ ਵਰਸਾ ਦਿੰਦੇ ਐ, ਇਦਾਂ ਹੀ ਤੁਹਾਨੂੰ ਆਪਣੇ ਨਾਮ ਸਿਮਰਨ ਦੀ ਵਰਖਾ ਕਰਕੇ ਰਜਾ ਦੇਣਗੇ। ਇਦਾਂ ਰਜਾ ਦੇਣਗੇ ਕਿ ਤੁਹਾਡੀਆਂ ਦੁਨਿਆਵੀ ਭੁੱਖਾਂ ਨਹੀਂ ਰਹਿਣਗੀਆਂ। ਹੁਣ ਤੇ ਭੁੱਖਾਂ ਹੀ ਨਹੀਂ ਰਹੀਆਂ, ਹੁਣ ਤੇ ਤ੍ਰਿਸ਼ਨਾ ਬਣ ਗਈ ਹੈ ਨਾ। ਮਹਾਰਾਜ ਕਹਿੰਦੇ ਇਹ ਦੁਨਿਆਵੀ ਭੁੱਖਾਂ ਵੀ ਨਾਮ ਦੀ ਭੁੱਖ ਨਾਲ ਸਾਰੀਆਂ ਤ੍ਰਿਪਤ ਹੋ ਜਾਣਗੀਆਂ। ਇਹੀ ਪੜ੍ਹਦੇ ਆ ਰੋਜ਼, ਹੁਣ ਵੀ ਪੜਾਂਗੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਅਸੀਂ ਇਹਨਾਂ ਭੁੱਖਾਂ ਦੇ ਮਾਰੇ ਹੋਏ ਭਟਕਦੇ ਬੇਚੈਨ ਅਸ਼ਾਂਤ ਹਾਂ। ਪਾਤਸ਼ਾਹ ਕਹਿੰਦੇ ਪਾਰ ਬ੍ਰਹਮ ਫਰਮਾਇਆ, ਮੀਂਹ ਬੁੱਠਾ ਸਹਿਜ ਸੁਭਾਏ, ਅੰਨ ਧਨ ਬਹੁਤ ਉਪਜਿਆ, ਪ੍ਰਿਥਵੀ ਰੱਜੀ ਤ੍ਰਿਪਤ ਅਗਾਏ। ਜਿਵੇਂ ਪ੍ਰਿਥਵੀ ਰੱਜੀ ਤ੍ਰਿਪਤ ਅਗਾਏ, ਜਿਵੇਂ ਪ੍ਰਿਥਵੀ ਧਰਤੀ ਵਾਹਿਗੁਰੂ ਜੀ ਵੱਲੋਂ ਆਸਮਾਨ ਤੋਂ ਭੇਜੀਆਂ ਹੋਈਆਂ ਮੀਂਹ ਰੂਪੀ ਬੂੰਦਾਂ ਦੇ ਨਾਲ ਤ੍ਰਿਪਤ ਹੋ ਜਾਂਦੀ ਹੈ, ਇਹਦੀ ਤਪਸ਼ ਮਿਟ ਜਾਂਦੀ ਹੈ, ਇਹਦੇ ਵਿੱਚ ਪਾਣੀ ਸਮਾ ਜਾਂਦਾ ਹੈ, ਤੇ ਫਿਰ ਇਹ ਧਰਤੀ ਅੱਗੋਂ ਆਪਣੀ ਤ੍ਰਿਪਤੀ ਵਿੱਚੋਂ ਅੰਨ ਧਨ ਪੈਦਾ ਕਰਦੀ ਹੈ। ਦੁਨੀਆ ਦੇ ਲਈ ਸੁੱਖ ਸਾਧਨ ਬਣਦਾ ਹੈ ਉਹ ਅੰਨ, ਉਹ ਪੇੜ ਪੌਦੇ, ਉਹ ਫਲ ਸਬਜ਼ੀਆਂ, ਸਭ ਦਾ ਪੇਟ ਭਰਿਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਇਦਾਂ ਹੀ ਜੇ ਕਿਤੇ ਪੁਕਾਰੋਗੇ ਸਤਿਗੁਰੂ ਕੋਲ ਆ ਕੇ, ਸਤਿਗੁਰੂ ਦੇ ਰਾਹੀਂ ਵਾਹਿਗੁਰੂ ਜੀ ਕੋਲ ਪੁਕਾਰੋਗੇ, ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਤਾਂ ਮਹਾਰਾਜ ਕਹਿੰਦੇ ਪੁਕਾਰ ਸੁਣੀ ਜਾਂਦੀ ਹੈ, ਨਿਸ਼ਚੈ ਹੀ ਸੁਣੀ ਜਾਂਦੀ ਹੈ। ਤੇ ਜਿਹਦੀ ਸੁਣੀ ਜਾਂਦੀ ਹੈ, ਦਾਤਾਰ ਜੀ ਕਹਿੰਦੇ ਫਿਰ ਉਹ ਭੁੱਖਾ ਨਹੀਂ ਕਰਦਾ, ਉਹ ਐਸਾ ਰੱਜਦਾ ਹੈ ਕਿ ਆਪ ਵੀ ਰੱਜਿਆ ਹੋਇਆ ਦੂਜਿਆਂ ਨੂੰ ਵੀ ਇਸ ਰਜੇਵੇਂ ਦਾ ਅਧਿਕਾਰੀ ਬਣਾਉਣ ਲਈ ਆਪ ਜਪੈ, ਅਵਰਹ ਨਾਮ ਜਪਾਵੈ ਦੀ ਅਵਸਥਾ ਵਿੱਚ ਵਿਚਰਨਾ ਸ਼ੁਰੂ ਕਰ ਦਿੰਦਾ। ਸਦਾ ਸਦਾ ਗੁਣ ਉਚਰੈ, ਦੁੱਖ ਦਾਲਤ ਗਿਆ ਬਿਲਾਏ। ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਸਦਾ ਸਦਾ ਗੁਰੂ ਦੀ ਮੱਤ ਰਾਹੀਂ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ,
ਸ਼ੁਕਰ ਹੈ ਕਰਨਾ ਆ ਜਾਂਦਾ ਹੈ। ਦਾਤਾਰ ਪਾਤਸ਼ਾਹ ਕਹਿੰਦੇ ਨਾ ਉਹਦੇ ਜੀਵਨ ਵਿੱਚ ਦੁੱਖ ਰਹਿੰਦਾ ਹੈ, ਨਾ ਆਲਸ ਦਲਿੱਦਰ ਰਹਿੰਦਾ। ਹੁਣ ਤੇ ਬਣਿਆ ਹੋਇਆ ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ, ਜਿਨ੍ਹਾਂ ਦੇ ਨਹੀਂ ਹੈ ਉਹਨਾਂ ਨੂੰ ਨਮਸਕਾਰ ਹੈ, ਪਰ ਸਾਡੇ ਵਿੱਚੋਂ ਬਹੁਤਿਆਂ ਦੇ ਹੈ। ਆਲਸੀ ਹਾਂ ਅਸੀਂ, ਪਹਿਲਾਂ ਤੇ ਗੁਰੂ ਘਰ ਆਉਣ ਨੂੰ ਹੀ ਜੀ ਨਹੀਂ ਕਰਦਾ। ਜੇ ਆ ਜਾਂਦੇ ਹਾਂ ਤੇ ਕਿਉਂਕਿ ਗੁਰੂ ਦੇ ਸ਼ਬਦ ਨਾਲ ਉਹ ਸੁਰਤੀ ਬਿਰਤੀ ਵਾਲਾ ਰਿਸ਼ਤਾ ਨਹੀਂ ਬਣਦਾ। ਇੱਥੇ ਆ ਕੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ, ਇੱਥੇ ਆ ਕੇ ਛੇਤੀ ਛੇਤੀ ਭੱਜੂ ਕਰਨ ਲੱਗਦੇ ਹਾਂ, ਜਾਂ ਇੱਥੇ ਆ ਕੇ ਅਸੀਂ ਇਸ ਨੂੰ ਜੋੜ ਮੇਲਾ ਨਹੀਂ ਰਹਿਣ ਦਿੰਦੇ, ਮੇਲਾ ਬਣਾ ਦਿੰਦੇ ਹਾਂ। ਇਹ ਪਿਕਨਿਕ ਸਪਾਟ ਬਣ ਜਾਂਦੇ ਨੇ। ਇੱਥੇ ਅਸੀਂ ਦੁਨਿਆਵੀ ਬਿਰਤੀਆਂ ਲੈ ਕੇ ਆ ਜਾਂਦੇ ਹਾਂ, ਦੁਨਿਆਵੀ ਫੈਸ਼ਨਾਂ ਨੂੰ, ਦੁਨਿਆਵੀ ਦਿਖਾਵਿਆਂ ਨੂੰ, ਦੁਨਿਆਵੀ ਅਮੀਰੀ ਨੂੰ ਦਿਖਾਉਣ ਆ ਜਾਂਦੇ ਹਾਂ। ਲੰਗਰ ਨਹੀਂ ਰਹਿ ਜਾਂਦਾ। ਇਹ ਸਾਡੇ ਦੁਨਿਆਵੀ ਖਾਣ ਵਾਲੇ ਪਦਾਰਥਾਂ ਦਾ ਦਿਖਾਵਾ ਬਣ ਕੇ ਰਹਿ ਜਾਂਦਾ। ਇੱਥੋਂ ਭਾਈ ਸਾਹਿਬ ਬੇਨਤੀਆਂ ਕਰਦੇ ਹੈ, ਭਾਈ ਆਪਣੇ ਨਾਂ ਇਹ ਕਰਿਆ ਕਰੋ, ਗੁਰੂ ਕੇ ਲੰਗਰ ਵਿੱਚ ਸ਼ਰਧਾ ਸਤਿਕਾਰ ਨਾਲ ਤਿਲ ਫੁੱਲ ਪਾਓ, ਇੱਥੇ ਬੈਠ ਕੇ ਛਕਿਆ ਕਰੀਏ, ਨਾਲੇ ਗੁਰੂ ਕਰੀਏ, ਗੁਰੂ ਦੇ ਸ਼ਬਦ ਦਾ ਵੀ ਲੰਗਰ ਛਕੀਏ। ਇਹ ਗੁਰੂ ਦੇ ਦਰ ਤੇ ਆਏ ਹੋਏ ਸੰਗਤਾਂ ਵੱਲੋਂ ਅਰਪਿਤ ਕੀਤੇ ਹੋਏ ਅੰਨ ਪਾਣੀ ਦਾ ਲੰਗਰ ਵੀ ਛਕੀਏ ਤੇ ਫਿਰ ਰਲ ਮਿਲ ਕੇ ਸ਼ੁਕਰ ਕਰੀਏ। ਇਹ ਜਿਹੜਾ ਰਲ ਮਿਲ ਕੇ ਸ਼ੁਕਰ ਕਰਨ ਦਾ ਸਤ ਸੰਗੀ ਰੂਪ ਹੈ ਨਾ, ਇਹਦੇ ਵਿੱਚੋਂ ਮਹਾਰਾਜ ਕਹਿੰਦੇ ਉਹ ਨਤੀਜਾ ਨਿਕਲਦਾ ਜਿਹੜਾ ਧਰਤੀ ਦੇ ਉੱਤੇ ਨਿਕਲਦਾ, ਆਪ ਵੀ ਰੱਜਦੀ ਤੇ ਦੂਜਿਆਂ ਨੂੰ ਵੀ ਰਜਾਉਂਦੀ ਹੈ। ਏਦਾਂ ਹੀ ਗੁਰਦੇਵ ਕਹਿੰਦੇ ਤੁਹਾਡੇ ਜੀਵਨ ਵਿੱਚੋਂ ਵੀ ਦੁੱਖ ਆਲਸ ਗਿਆ ਬਿਲਾਏ। ਇਹ ਦੁੱਖ ਦਾਲਤ ਜਿਹੜਾ ਆਲਸ ਜਿਹੜਾ ਹੈ ਉਹ ਨਿਕਲ ਜਾਏਗਾ। ਫਿਰ ਸਾਚੇ ਨਾਮ ਕੀ ਲਾਗੈ ਭੂਖ ਦੀ ਗੱਲ ਚੱਲ ਪਏਗੀ ਆਪਣੇ ਆਪ, ਦੂਜੀਆਂ ਭੁੱਖਾਂ ਪਿੱਛੇ ਰਹਿ ਜਾਣਗੀਆਂ। ਇਹ ਨਾਮ ਦੀ ਭੁੱਖ ਬਾਰ-ਬਾਰ ਝੋਲੀ ਅੱਡਣ ਲਈ ਸਾਨੂੰ ਤਿਆਰ ਕਰ ਦੇਗੀ। ਪੂਰਬ ਲਿਖਿਆ ਪਾਇਆ ਮਿਲਿਆ ਤਿਸੈ ਰਜ਼ਾਏ। ਹੁਣ ਇਹ ਰਜ਼ਾ ਫਿਰ ਗੁਰਦੇਵ ਜੀ ਕਹਿੰਦੇ ਵਾਹਿਗੁਰੂ ਦੀ ਹੈ। ਕੋਈ ਮੰਗੇ ਤੇ ਸਹੀ, ਕੋਈ ਝੋਲੀ ਅੱਡੇ ਤੇ ਸਹੀ, ਮੈਂ ਤੇ ਦੇਣ ਵਾਸਤੇ ਤਿਆਰ ਹਾਂ। ਮਾਤਾ ਪਿਤਾ ਤੇ ਹਮੇਸ਼ਾ ਹੀ ਤਿਆਰ ਹੁੰਦੇ ਨੇ ਆਪਣੇ ਬੱਚਿਆਂ ਦੇ ਲਈ ਸੁੱਖ, ਆਪਣੇ ਬੱਚਿਆਂ ਲਈ ਖੁਸ਼ੀਆਂ, ਉਹਨਾਂ ਦੀ ਲੋੜ ਪੂਰੀ ਕਰਨ ਲਈ ਉਤਾਵਲੇ ਹੁੰਦੇ ਨੇ, ਆਪ ਦਿੰਦੇ ਵੀ ਨੇ। ਪਰ ਜਦੋਂ ਬੱਚਾ ਮੰਗਦਾ ਹੈ ਨਾ ਤੇ ਮਾਂ ਪਿਓ ਨੂੰ ਬੜੀ ਸੰਤੁਸ਼ਟੀ ਮਿਲਦੀ ਹੈ, ਬੜਾ ਹੀ ਚੰਗਾ ਲੱਗਦਾ ਹੈ। ਮੇਰੇ ਬੱਚੇ ਨੇ ਮੇਰੇ ਕੋਲੋਂ ਆਪਣੀ ਲੋੜ ਵਾਸਤੇ ਕੁਝ ਮੰਗਿਆ ਹੈ, ਤੇ ਉਸ ਵੇਲੇ ਦੇਣ ਲੱਗਿਆਂ ਮਾਂ ਨੂੰ ਵੀ ਪਿਤਾ ਨੂੰ ਵੀ ਤ੍ਰਿਪਤੀ ਹੁੰਦੀ ਹੈ। ਆਪਣੀਆਂ ਲੋੜਾਂ ਨੂੰ ਸੀਮਤ ਕਰਕੇ ਵੀ, ਆਪ ਮੁਸ਼ਕਲਾਂ ਝੱਲ ਕੇ ਵੀ ਪਿਓ ਮਾਂ ਆਪਣੇ ਬੱਚਿਆਂ ਦੇ ਸੁੱਖ ਲਈ ਉਤਾਵਲੇ ਹੋ ਜਾਂਦੇ ਨੇ। ਇਦਾਂ ਹੀ ਵਾਹਿਗੁਰੂ ਜੀ, ਉਹਨਾਂ ਦੀ ਆਦਤ, ਉਹਨਾਂ ਦਾ ਸੁਭਾਅ ਵੀ, ਉਹਨਾਂ ਦਾ ਬਿਰਦ ਵੀ ਇਹੀ ਹੈ। ਉਹਦੇ ਸਾਜੇ ਹੋਏ ਅਸੀਂ, ਉਹਦੇ ਧੀਆਂ ਪੁੱਤਰ, ਉਹਦੇ ਦੇ ਬੱਚੇ, ਜਦੋਂ ਉਹਨਾਂ ਕੋਲੋਂ ਪੁਕਾਰ ਕੇ ਮੰਗਦੇ ਹਾਂ ਉਹਨਾਂ ਦੀ ਸਿਫਤ ਸਲਾਹ, ਉਹਨਾਂ ਦਾ ਪਿਆਰ, ਤਾਂ ਦਾਤਾਰ ਜੀ ਕਹਿੰਦੇ ਫਿਰ ਵਾਹਿਗੁਰੂ ਦੇਣ ਵਿੱਚ ਢਿੱਲ ਨਹੀਂ ਕਰਦੇ, ਸਾਨੂੰ ਮੰਗਣ ਵਿੱਚ ਹੀ ਢਿੱਲ ਰਹਿ ਜਾਂਦੀ ਹੈ। ਇਹ ਪੂਰਬਲੇ ਕਰਮਾਂ ਰਾਹੀਂ ਏਦਾਂ ਬਖਸ਼ਿਸ਼ ਵਾਹਿਗੁਰੂ ਜੀ ਵੱਲੋਂ ਉਹਨਾਂ ਦੇ ਹੁਕਮ ਵਿੱਚ ਹੁੰਦੀ। ਪਰਮੇਸ਼ਰ ਜੀ ਵਾਲੇ ਆ ਨਾਨਕ ਤਿਸੈ ਤੇ ਆਏ। ਫਿਰ ਅਸੀਂ ਮਰਨ ਹਾਕੇ ਹੋ ਕੇ ਮਰੂ ਕਰਦੇ ਹਾਂ, ਬੇਚੈਨ ਅਸ਼ਾਂਤ। ਸ਼ਿਕਵਿਆਂ ਵਾਲਾ ਜੀਵਨ ਨਹੀਂ, ਸ਼ੁਕਰ ਵਾਲਾ। ਜਿੱਦਾਂ ਧਰਤੀ ਰੱਜ ਜਾਂਦੀ ਹੈ, ਤ੍ਰਿਪਤ ਹੋ ਜਾਂਦੀ ਹੈ, ਇਦਾਂ ਸਾਡੇ ਜੀਵਨ ਵੀ ਮਨ ਕਰਕੇ, ਸੁਰਤੀ ਕਰਕੇ ਇਸ ਤਰ੍ਹਾਂ ਦੀ ਤ੍ਰਿਪਤੀ ਵਿੱਚ ਜਿਉਂਦੇ ਹੈ। ਸ਼ਿਕਵਾ ਮੁੱਕ ਜਾਂਦਾ, ਸ਼ੁਕਰ ਆ ਜਾਂਦਾ, ਸੰਤੁਸ਼ਟੀ ਆ ਜਾਂਦੀ ਹੈ। ਬਸ ਇਹੋ ਹੀ ਨਤੀਜੇ ਹੈ ਜਿਹੜੇ ਮਹਾਰਾਜ ਕਹਿੰਦੇ ਚਾਹੁੰਦੇ ਤੇ ਅਸੀਂ ਸਾਰੇ ਹਾਂ, ਪਰ ਨਿਕਲਦੇ ਨਹੀਂ ਪਏ। ਨਿਕਲ ਜਾਣਗੇ ਜਦੋਂ ਗੁਰੂ ਦੀ ਮੱਤ ਰਾਹੀਂ ਅਸੀਂ ਗੁਰੂ ਦੇ ਸ਼ਬਦ ਦੀ ਕਮਾਈ ਕਰਦਿਆਂ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇਸ ਅਵਸਥਾ ਦੇ ਧਾਰਨੀ ਬਣਾਂਗੇ। ਪਾਤਸ਼ਾਹ ਬਚਨ ਕਰਦੇ, ਜੀਵਨ ਪਦ ਨਿਰਵਾਣ ਇੱਕੋ ਸਿਮਰੀ ਹੈ। ਮਹਾਰਾਜ ਸਮਝਾਉਂਦੇ ਆ ਸਾਨੂੰ। ਮੈਂ ਇਹਨਾਂ ਆਨੰਦਮਈ ਨਤੀਜਿਆਂ ਦਾ ਭਾਗੀ ਕਿਵੇਂ ਬਣਿਆ ਜਾਂਦਾ, ਇਹ ਗੱਲ ਤੁਹਾਨੂੰ ਸਮਝਾਉਂਦੇ ਆ। ਇਹ ਕਹਿਣਾ ਭਾਈ ਇਹ ਕਰਿਆ ਕਰੋ। ਗੁਰੂਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਬੜੇ ਪਿਆਰ ਨਾਲ ਸਾਨੂੰ ਬਖਸ਼ਿਸ਼ ਕਰਦੇ। ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਦੀ ਨਿਰਵਾਣ ਪਦਵੀ ਵਾਲੀ, ਨਿਰਵਾਣ ਅਵਸਥਾ ਵਾਲੀ ਜ਼ਿੰਦਗੀ ਚਾਹੁੰਦੇ ਹੋ, ਨਿਰਵਾਣ ਤੋਂ ਕੀ ਭਾਵ ਹੈ? ਮੁਕਤੀ, ਛੁਟਕਾਰਾ। ਛੁਟਕਾਰਾ ਕਿਸ ਗੱਲ ਤੋਂ?
ਇਹ ਵਿਕਾਰੀ ਬਿਰਤੀਆਂ ਦੇ ਪ੍ਰਭਾਵ ਤੋਂ। ਮਹਾਰਾਜ ਕਹਿੰਦੇ ਦੁਨੀਆ ਦੀ ਗੁਲਾਮੀ, ਸੰਸਾਰ ਦੀ ਗੁਲਾਮੀ ਕੋਈ ਅਰਥ ਨਹੀਂ ਰੱਖਦੀ। ਜੇ ਤੁਹਾਨੂੰ ਮਨ ਕਰਕੇ ਆਜ਼ਾਦ ਸੁਤੰਤਰ ਹੋ ਕੇ ਜਿਉਣਾ ਆ ਜਾਏ ਨਾ, ਆਹੀ ਸਿਖਾਇਆ ਸੀ ਕਲਗੀਧਰ ਪਾਤਸ਼ਾਹ ਨੇ। ਅੱਜ ਗੁਲਾਮ ਬਣ ਕੇ ਨਹੀਂ ਜਿਉਣਾ। ਸਮਾਂ ਨਹੀਂ ਹੈ ਮੈਂ ਉਸ ਪਾਸੇ ਵੱਲ ਵਿਚਾਰਾਂ ਕਰਾਂ। ਅਸੀਂ ਰੋਂਦਿਆਂ ਧੋਂਦਿਆਂ ਦੁਨੀਆ ਦੇ ਸਾਹਮਣੇ ਰੌਲਾ ਪਾਉਣਾ, ਜੀ ਸਾਡੇ ਨਾਲ ਜ਼ੁਲਮ ਹੋ ਗਿਆ, ਜੀ ਸਾਡੇ ਨਾਲ ਇਹ ਹੋਇਆ, ਜੀ ਸਾਡੇ ਨਾਲ ਫਲਾਣਾ ਹੋ ਗਿਆ, ਧੱਕਾ ਹੋਇਆ ਜੀ। ਪਾਤਸ਼ਾਹ ਕਹਿੰਦੇ ਕਿਉਂ ਦੁਨੀਆ ਦੇ ਸਾਹਮਣੇ ਤਰਸ ਦੇ ਪਾਤਰ ਬਣ ਕੇ ਰੋਲੇ ਖੋਲੇ ਜਿਉਨੇ ਹੋ? ਇੱਥੇ ਆਓ, ਮੈਂ ਤੇ ਤੁਹਾਨੂੰ ਇਹਨਾਂ ਪਾਤਸ਼ਾਹਾਂ ਤੋਂ ਵੀ ਉੱਪਰਲਾ ਸੱਚਾ ਪਾਤਸ਼ਾਹ ਬਣਿਆ ਦੇਖਣਾ ਚਾਹੁੰਦਾ। ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਓਗੇ, ਗੁਲਾਮ ਨਹੀਂ ਰਹੋਗੇ, ਆਪ ਪਾਤਸ਼ਾਹ ਬਣ ਜਾਓਗੇ। ਪਰ ਤੁਹਾਨੂੰ ਇਹਦੇ ਲਈ ਕਰਨਾ ਕੀ ਪਏਗਾ? ਬਖਸ਼ਿਸ਼ ਦਾ ਪਾਤਰ ਬਣ ਕੇ ਸਿਫਤ ਸਲਾਹ ਝੋਲੀ ਪਵਾਉਣੀ ਪਏਗੀ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਸੱਚ ਹੈ। ਮਹਾਰਾਜ ਕਹਿੰਦੇ ਕਰਕੇ ਦੇਖੋ, ਤੁਸੀਂ ਰੋਲੇ ਖੋਲੇ ਨਹੀਂ ਰਹੋਗੇ। ਇਹ ਮਾਨਸਿਕ ਗੁਲਾਮੀ ਜਿਹੜੀ ਵਿਕਾਰੀ ਬਿਰਤੀਆਂ ਦੀ ਹੈ, ਪਹਿਲਾਂ ਇਹ ਤੋਂ ਬਚਣਾ ਸਿੱਖੋ। ਸੰਸਾਰ ਦੀ ਗੁਲਾਮੀ ਆਪੇ ਹੀ ਤੁਹਾਡੇ ਜੀਵਨ ਵਿੱਚੋਂ ਨਿਕਲ ਜਾਏਗੀ। ਕਲਗੀਧਰ ਪਾਤਸ਼ਾਹ ਨੂੰ ਨੇ ਇਹੀ ਆਖਿਆ। ਸਮੇਂ ਦਾ ਹਾਕਮ ਕਹਿੰਦਾ ਕੋਈ ਮੁਸਲਮਾਨ ਹੋਣ ਤੋਂ ਬਿਨਾਂ ਘੋੜੇ ਤੇ ਨਹੀਂ ਚੜ ਸਕਦਾ। ਮਹਾਰਾਜ ਕਹਿੰਦੇ ਮੇਰੇ ਸਿੱਖ ਚੰਗੇ ਤੋਂ ਚੰਗੇ ਘੋੜੇ ਰੱਖਣਗੇ, ਕੋਈ ਸ਼ਸਤਰ ਨਹੀਂ ਰੱਖ ਸਕਦਾ। ਔਰੰਗਜ਼ੇਬ ਕਹਿੰਦਾ, ਕਲਗੀਧਰ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਤੇਰੇ ਗੁਲਾਮ ਨਹੀਂ ਹਨ, ਉਹ ਸਿੱਧੇ ਅਕਾਲ ਪੁਰਖ ਦੇ ਸੇਵਕ ਨੇ, ਉਹਦੇ ਗੁਲਾਮ ਨੇ। ਉਹ ਗੁਰੂ ਨਾਨਕ ਦੇ ਦਰ ਘਰ ਦੇ ਸੇਵਕ ਗੁਲਾਮ ਨੇ, ਚਾਕਰ ਨੇ, ਤੇਰੇ ਨਹੀਂ। ਮੇਰਾ ਸਿੱਖ ਚੰਗੇ ਤੋਂ ਚੰਗਾ ਸ਼ਸਤਰ ਰੱਖੇਗਾ। ਉਹ ਕਹਿੰਦੇ ਕਲਗੀ ਨਹੀਂ ਲਾ ਸਕਦੇ। ਮਹਾਰਾਜ ਕਹਿੰਦੇ ਮੈਂ ਕਲਗੀਆਂ ਵੀ ਲਾਵਾਂਗਾ। ਮੈਂ ਚੰਗੇ ਤੋਂ ਚੰਗੇ ਆਪਣੇ ਸਿੱਖਾਂ ਨੂੰ ਉਹ ਧਨ ਪਦਾਰਥ ਦਿਆਂਗਾ, ਦਵਾਵਾਂਗਾ। ਬਾਦਸ਼ਾਹੀਆਂ ਉਹਨਾਂ ਦੇ ਅੱਗੇ ਪਿੱਛੇ, ਰਿੱਧੀਆਂ ਸਿੱਧੀਆਂ ਉਹਨਾਂ ਦੇ ਅੱਗੇ ਪਿੱਛੇ। ਤੂੰ ਆਪਣੇ ਤੂਤੀਆਂ ਨਗਾਰੇ ਵਜਾਉਣਾ, ਮੈਂ ਆਨੰਦਪੁਰੀ ਦੇ ਵਿੱਚ ਰਣਜੀਤ ਨਗਾਰਾ ਵਜਾਵਾਂਗਾ, ਜਿਹੜਾ ਦੁਨੀਆ ਦੇ ਵਿੱਚ ਥਾਂ ਥਾਂ ਤੇ ਸੁਣਿਆ ਜਾਵੇਗਾ। ਅੱਜ ਵੀ ਨਗਾਰੇ ਵੱਜ ਰਹੇ ਨੇ। ਅੱਜ ਵੀ ਕਲਗੀਧਰ ਪਾਤਸ਼ਾਹ ਦੇ ਗੁਰੂ ਗ੍ਰੰਥ ਸਾਹਿਬ ਦੇ ਦਰਬਾਰਾਂ ਵਿੱਚ, ਗੁਰੂ ਅਸਥਾਨਾਂ ਵਿੱਚ ਰੋਜ਼ ਨਗਾਰੇ ਵੱਜਦੇ ਤੇ ਨਾਲ ਆਖਿਆ ਜਾਂਦਾ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਅਸੀਂ ਇਹ ਸੁਨੇਹਾ ਸਮਝ ਲਈਏ, ਸ਼ਰਨ ਵਿੱਚ ਆ ਜਾਈਏ, ਫਿਰ ਖੁਆਰੀ ਵੀ ਮੁੱਕੇਗੀ, ਮਿਲਾਪ ਵੀ ਹੋਵੇਗਾ ਤੇ ਸੱਚੀ ਪਾਤਸ਼ਾਹੀ ਵੀ ਸਾਡੀ ਝੋਲੀ ਪਵੇਗੀ। ਬਸ ਕਰਨਾ ਇੱਕੋ ਹੀ ਹੈ। ਮਹਾਰਾਜ ਕਹਿੰਦੇ ਜੀਵਨ ਪਦ ਨਿਰਵਾਣ ਇੱਕੋ ਸਿਮਰਿਐ। ਇੱਕ ਵਾਹਿਗੁਰੂ ਦੀ ਯਾਦ ਸ਼ੁਕਰਾਨੇ ਭਰੀ ਆਪਣੇ ਜੀਵਨ ਵਿੱਚ ਦ੍ਰਿੜ ਕਰੀਏ। ਦੂਜੀ ਨਾਹੀ ਜਾਏ ਕਿਨ ਬਿਦ ਧੀਰੀਐ। ਯਾਦ ਰੱਖੋ, ਮਹਾਰਾਜ ਕਹਿੰਦੇ ਹੋਰ ਕੋਈ ਥਾਂ ਨਹੀਂ ਤੁਹਾਨੂੰ ਇਸ ਨਮੋਸ਼ੀ ਭਰੀ ਖੁਆਰੀ ਵਾਲੀ ਬੇਚੈਨ ਅਸ਼ਾਂਤ ਜ਼ਿੰਦਗੀ ਤੋਂ ਬਚਾਉਣ ਲਈ। ਕੋਈ ਹੋਰ ਦੂਜੀ ਜਗ੍ਹਾ ਨਹੀਂ। ਕਿਹਦੇ ਕੋਲ ਜਾਓਗੇ? ਕਿੱਥੋਂ ਧੀਰਜ ਪ੍ਰਾਪਤ ਕਰੋਗੇ? ਇਹੀ ਜਗ੍ਹਾ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਮਹਾਰਾਜ ਕਹਿੰਦੇ ਮੈਂ ਦੇਖ ਲਿਆ ਇਸ ਸੰਸਾਰ ਦੇ ਲੋਕਾਂ ਨੂੰ ਕੋਈ ਹੋਰ ਜਗ੍ਹਾ ਨਹੀਂ ਲੱਭਦੀ ਜਿੱਥੇ ਸੁਖ ਮਿਲੇ, ਤੇ ਸੁਖ ਨਾਮ ਤੋਂ ਬਿਨਾਂ ਨਹੀਂ ਮਿਲਣਾ। ਤੇ ਮਹਾਰਾਜ ਕਹਿੰਦੇ ਮੇਰੇ ਕੋਲ ਤੁਹਾਨੂੰ ਦੇਣ ਲਈ ਅੱਜ ਭਾਵੇਂ ਦੁਨੀਆ ਦੀਆਂ ਮੰਗਾਂ ਮੰਗਦੇ ਹੋ, ਅੱਜ ਦੁਨੀਆ ਦੀਆਂ ਲੋੜਾਂ ਪੂਰੀਆਂ ਕਰਾਉਣ ਵਾਸਤੇ ਮੇਰੇ ਕੋਲ ਆਏ ਹੋ, ਪਰ ਮੈਂ ਚਾਹੁੰਦਾ ਇਹ ਦੁਨਿਆਵੀ ਮੰਗਾਂ ਮੰਗਦਿਆਂ ਤੁਹਾਨੂੰ ਇਹ ਮੰਗ ਮੰਗਣੀ ਆ ਜਾਏ। ਸਾ ਮਤ ਦੇਹੁ ਦਇਆਲ ਪ੍ਰਭ ਜਿਤ ਤੁਮੈ ਅਰਾਧਾ, ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾਂ। ਦਾਤਾਰ ਜੀ ਕਹਿੰਦੇ ਇਹ ਮਿਲ ਜਾਏਗਾ ਤੁਹਾਨੂੰ ਤਾਂ ਫਿਰ ਤੁਹਾਨੂੰ ਸੁੱਖ ਮਿਲ ਜਾਏਗਾ ਜਿਹੜਾ ਸੰਸਾਰ ਕੋਲ ਨਹੀਂ ਹੈ। ਤਨ ਧਨ ਹੋਸੀ ਛਾਰ ਜਾਣੈ ਕੋਏ ਜਨ। ਇਹ ਸੰਸਾਰ ਦੇ ਵਿੱਚ ਰਹਿੰਦੇ ਆ, ਇਹ ਤਨ ਵੀ ਮੁੱਕ ਜਾਣਾ, ਸੰਸਾਰ ਦੇ ਧਨ ਪਦਾਰਥ ਵੀ ਪਿੱਛੇ ਰਹਿ ਜਾਣੇ ਨੇ, ਜਿਨ੍ਹਾਂ ਦੀ ਪਕੜ ਵਿੱਚ ਸਾਰਾ ਸੰਸਾਰ ਦਿਨੇ ਰਾਤ ਭੱਜ ਨੱਠ ਕਰਦਾ। ਤੁਸੀਂ ਵੀ ਉਹਦੇ ਵਿੱਚ ਗਵਾਚੇ ਹੋਏ ਹੋ, ਉਸ ਦੌੜ ਭੱਜ ਵਿੱਚ ਸ਼ਾਮਲ ਹੋ ਕੇ ਖੁਆਰ ਹੋ ਰਹੇ ਹੋ। ਕਿਸੇ ਕਿਸੇ ਨੂੰ ਇਹ ਗੱਲ ਗੁਰਮੁਖ ਬਣ ਕੇ ਸਮਝ ਆਉਂਦੀ। ਰੰਗ ਰੂਪ ਰਸ ਬਾਦ ਕੇ ਕਰੈ ਪ੍ਰਾਣੀਆਂ। ਸੁਚੇਤ ਕਰਦੇ ਆ ਮਹਾਰਾਜ। ਉਹ ਮਨੁੱਖ ਕਹਾਉਣ ਵਾਲਿਆ,
ਇਹ ਪ੍ਰਾਣਾਂ ਦੇ ਆਧਾਰ ਤੇ ਜ਼ਿੰਦਗੀ ਜਿਉਣ ਵਾਲਿਆ, ਇਹ ਦੁਨੀਆ ਦੇ ਰੰਗ ਰੂਪ ਰਸ ਇਹ ਸਭ ਮੁੱਕ ਜਾਣੇ ਨੇ, ਇਹਨਾਂ ਵਿੱਚ ਕਿਉਂ ਗੁਆਚਿਆ ਪਿਆ ਹੈ। ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣਿਆ। ਜੇ ਟੁੱਟੋਗੇ ਫਿਰ ਉਹਦੀ ਕਲਾ ਇਹੀ ਵਾਪਰਨੀ ਹੈ ਵੀ ਜੇ ਤੁਹਾਨੂੰ ਟੁੱਟ ਕੇ ਜਿਉਣ ਨੂੰ ਜੀ ਕਰਦਾ ਫਿਰ ਟੁੱਟੇ ਰਹੋ। ਨਹੀਂ ਸਮਝ ਆਉਣੀ ਤੁਹਾਨੂੰ ਕਿ ਇਹ ਆਤਮਿਕ ਸ਼ਕਤੀ ਜਦੋਂ ਮਿਲਦੀ ਹੈ ਫਿਰ ਤੁਸੀਂ ਜੇਤੂ ਬਣ ਕੇ ਆਨੰਦਮਈ ਨਤੀਜਿਆਂ ਦਾ ਜੀਵਨ ਜਿਉਨੇ ਹੋ। ਪਰ ਜੇ ਤੁਸੀਂ ਭੁੱਲੇ ਭਟਕੇ ਰਹੇ, ਮਹਾਰਾਜ ਕਹਿੰਦੇ ਫਿਰ ਜੀਵਨ ਏਦਾਂ ਵਿਅਰਥ ਚਲੇ ਜਾਣਾ। ਰੰਗ ਰੱਤੇ ਨਿਰਵਾਣ ਸੱਚਾ ਗਾਵਹੀ, ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ। ਪਾਤਸ਼ਾਹ ਸਾਡੀ ਬੇਨਤੀ ਹੈ, ਅਸੀਂ ਤੁਹਾਡੀ ਸ਼ਰਨ ਤੇ ਆਏ ਹਾਂ। ਜੇ ਸਾਡੀਆਂ ਬੇਨਤੀਆਂ ਤੁਹਾਨੂੰ ਭਾ ਜਾਣ ਤਾਂ ਸਾਡੇ ਤੇ ਕਿਰਪਾ ਕਰਕੇ ਸਾਨੂੰ ਆਪਣੀ ਸਿਫਤ ਸਲਾਹ ਗਾਉਣ ਦੀ ਦਾਤ ਬਖਸ਼ ਦਿਓ। ਤੇ ਗਾਉਣਾ ਜਿਹੜਾ ਹੈ ਉਹ ਸੰਸਾਰਕ ਢੰਗ ਸੰਸਾਰੀ ਬਿਰਤੀਆਂ ਨਾਲ ਨਹੀਂ, ਪਿਆਰ ਦੇ ਰੰਗ ਵਿੱਚ ਰੱਤ ਕੇ ਸਾਨੂੰ ਗਾਉਣਾ ਸਿਖਾ ਦਿਓ, ਤਾਂ ਕਿ ਨਿਰਵਾਣ ਕੀਰਤਨ ਕਰਦਿਆਂ ਨਿਰਵਾਣ ਪਦ ਸਾਨੂੰ ਮੁਕਤੀ ਦਾ ਪਦ, ਦੁਨੀਆ ਦੇ ਵਿਕਾਰੀ ਰੰਗ ਤਮਾਸ਼ਿਆਂ ਤੋਂ ਛੁਟਕਾਰੇ ਦਾ ਪਦ ਵੀ ਸਾਨੂੰ ਮਿਲ ਜਾਏ। ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਐਸੀ ਬਖਸ਼ਿਸ਼ ਸਾਡੇ ਤੇ ਕਰ ਦਿਓ। ਅੰਤਮ ਪੌੜੀ ਦੇ ਵਿੱਚ ਮਹਾਰਾਜ ਉਹਨਾਂ ਗੁਰਮੁਖ ਪਿਆਰਿਆਂ ਸਤ ਸੰਗੀਆਂ ਨਾਮ ਰਸੀਆਂ ਦੇ ਜੀਵਨ ਵਿੱਚ ਨਿਕਲਣ ਵਾਲੇ ਮਹਾਨ ਬਖਸ਼ਿਸ਼ ਭਰੇ ਨਤੀਜਿਆਂ ਦਾ ਜ਼ਿਕਰ ਕਰਦੇ। ਜੰਮਣ ਮਰਨ ਨਾ ਤਿਨ ਕਹੋ, ਜੋ ਹਰ ਲੜ ਲਾਗੇ। ਯਾਦ ਰੱਖਿਓ, ਮਹਾਰਾਜ ਕਹਿੰਦੇ ਮੈਂ ਨਾਮ ਸਿਮਰਨ ਦੀ ਇਸ ਕਰਕੇ ਬਾਰ-ਬਾਰ ਤੁਹਾਨੂੰ ਇਹ ਸਿੱਖਿਆ ਦ੍ਰਿੜ ਕਰਾਉਣੀ ਚਾਹੁੰਦਾ, ਕਿਉਂਕਿ ਜਿਨ੍ਹਾਂ ਦੇ ਕੋਲ ਵੀ ਹਰੀ ਦੇ ਨਾਲ ਜੁੜਨ ਦੀ ਸੁਭਾਗੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਜਿਹੜੇ ਵਾਹਿਗੁਰੂ ਦੀ ਸ਼ਰਨ ਲੱਗ ਕੇ ਵਾਹਿਗੁਰੂ ਦਾ ਪੱਲਾ ਪਕੜ ਕੇ ਉਹਦੇ ਸਿਮਰਨ ਵਿੱਚ ਜੁੜਦੇ ਨੇ, ਜੰਮਣ ਮਰਨ ਉਹਨਾਂ ਦਾ ਮੁੱਕ ਜਾਂਦਾ। ਜੀਵਤ ਸੇ ਪ੍ਰਵਾਨ ਹੋਏ ਹਰ ਕੀਰਤਨ ਜਾਗੇ। ਜਿਹੜੇ ਸੁਚੇਤ ਹੋ ਕੇ ਵਾਹਿਗੁਰੂ ਜੀ ਦੇ ਕੀਰਤਨ ਵਿੱਚ ਗੁਣਗਾਨ ਵਿੱਚ ਸਿਫਤ ਸਲਾਹ 'ਚ ਜੁੜਦੇ ਹੈ, ਉਹ ਜਿਉਂਦੇ ਜੀ ਹੀ ਪ੍ਰਵਾਨ ਹੋ ਜਾਂਦੇ ਹੈ। ਜੀਵਨ ਤੋਂ ਬਾਅਦ ਦੀ ਮੁਕਤੀ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਰਹਿ ਜਾਂਦੀ, ਇੱਥੇ ਹੀ ਮੁਕਤੀ ਮਿਲ ਜਾਂਦੀ ਹੈ। ਜੀਵਨ ਮੁਕਤ ਵਿਕਾਰੀ ਬਿਰਤੀਆਂ ਤੋਂ, ਜੀਵਨ ਮੁਕਤੀ ਉਹਨਾਂ ਵਿਕਾਰੀ ਬਿਰਤੀਆਂ ਵਿੱਚ ਬਣੀ ਹੋਈ ਸੋਚ ਕਰਮਾਂ ਦੇ ਵਿੱਚੋਂ ਨਿਕਲੇ ਮਾੜੇ ਨਤੀਜਿਆਂ ਤੋਂ ਮੁਕਤੀ। ਦਾਤਾਰ ਜੀ ਕਹਿੰਦੇ ਸਾਧ ਸੰਗ ਜਿਨ ਪਾਇਆ ਸੇਈ ਵਡ ਭਾਗੇ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਮੰਦ ਭਾਗਿਆਂ ਤੇ ਵੱਡ ਭਾਗਿਆਂ ਦੀ ਗੱਲ ਤੁਹਾਡੇ ਨਾਲ ਕਰਦਾ। ਵੱਡ ਭਾਗੀ ਨੇ ਉਹ, ਖੁਸ਼ਕਿਸਮਤ ਨੇ ਉਹ ਜਿਨ੍ਹਾਂ ਨੂੰ ਸਾਧ ਸੰਗਤ ਵਿੱਚ ਆ ਕੇ, ਗੁਰੂ ਦੇ ਪਿਆਰਿਆਂ ਵਿੱਚ ਆ ਕੇ ਏਦਾਂ ਹੀ ਅੰਦਰ ਦੇ ਪਿਆਰ ਨਾਲ ਗੁਰੂ ਦੇ ਸ਼ਬਦ ਨੂੰ ਸੁਣਨਾ, ਪੜ੍ਹਨਾ, ਗਾਉਣਾ, ਵਿਚਾਰਨਾ ਆ ਗਿਆ। ਤੇ ਫਿਰ ਇੱਥੋਂ ਜਾ ਕੇ ਕਿਰਤ ਕਰਦੇ ਆ, ਕੀਰਤ ਦਾ ਚੇਤਾ ਰੱਖਦੇ ਆ, ਕਮਾਉਣਾ ਆ ਗਿਆ। ਉਹਨਾਂ ਦੇ ਕਰਮ ਜਿਹੜੇ ਨੇ ਮਹਾਰਾਜ ਕਹਿੰਦੇ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਉਹਨਾਂ ਦੇ ਕਰਮ ਫਿਰ ਬੁਰਾਈ ਵਾਲੇ ਨਹੀਂ ਹੁੰਦੇ, ਉਹ ਹੀ ਵੱਡੇ ਭਾਗਾਂ ਵਾਲੇ। ਨਹੀਂ ਤੇ ਮਹਾਰਾਜ ਕਹਿੰਦੇ ਮੰਦ ਭਾਗਾ ਤਾਂ ਫਿਰ ਇਹੀ ਹੈ, ਨਾਏ ਵਿਸਰਿਆ ਧ੍ਰਿਗ ਜੀਵਣਾ ਟੂਟੇ ਕੱਚ ਧਾਗੇ। ਜਿਵੇਂ ਕੱਚਾ ਧਾਗਾ ਥੋੜ੍ਹਾ ਜਿਹਾ ਪਕੜਿਆ ਤੇ ਟੁੱਟ ਕੇ ਟੁਕੜੇ ਟੁਕੜੇ ਹੋ ਜਾਂਦਾ ਹੈ, ਇਦਾਂ ਹੀ ਜ਼ਿੰਦਗੀ ਟੁਕੜੇ ਟੁਕੜੇ ਹੋ ਜਾਂਦੀ। ਕਦੀ ਕਾਮ ਆਪਣੇ ਵੱਲ ਖਿੱਚ ਕੇ ਲੈ ਜਾਂਦਾ, ਕਦੀ ਕ੍ਰੋਧ, ਕਦੀ ਲੋਭ, ਕਦੀ ਮੋਹ, ਕਦੀ ਹੰਕਾਰ, ਕਦੀ ਈਰਖਾ। ਇਹ ਅੱਗ ਵਾਂਗ ਸਾਡੇ ਜੀਵਨ ਨੂੰ ਤਪਾਈ ਰੱਖਦਾ ਹੈ। ਅਸੀਂ ਹੀ ਨਹੀਂ ਤਪਦੇ, ਸਾਡੇ ਸੰਪਰਕ ਵਿੱਚ ਆਉਣ ਵਾਲੇ ਵੀ ਸਾਡੇ ਇਸ ਅਗਿਆਨੀ ਵਿਕਾਰੀ ਬਿਰਤੀਆਂ ਦੀ ਤਪਸ਼ ਨਾਲ ਭਰੇ ਹੋਏ ਜੀਵਨ ਦੇ ਨਾਲ ਜਦੋਂ ਉਹ ਸੰਪਰਕ ਵਿੱਚ ਆਉਂਦੇ ਆ, ਉਹ ਵੀ ਤਪ ਜਾਂਦੇ ਆ। ਅਸੀਂ ਵੀ ਦੁਖੀ ਹੁੰਨੇ ਆ, ਉਹਨਾਂ ਨੂੰ ਵੀ ਦੁਖੀ ਕਰਦੇ ਆ। ਦਾਤਾਰ ਜੀ ਕਹਿੰਦੇ ਇਹੋ ਜਿਹਾ ਜੀਵਨ ਕੋਈ ਜੀਵਨ ਹੈ ਨਾਏ ਵਿਸਰਿਆ ਧ੍ਰਿਗ ਜੀਵਣਾ, ਤੇ ਘਰ ਹੈ ਅਫਸੋਸ ਹੈ ਇਹੋ ਜਿਹੇ ਜੀਵਨ ਤੇ। ਪਰ ਦਾਤਾਰ ਜੀ ਕਹਿੰਦੇ ਮੈਂ ਤੁਹਾਡਾ ਜੀਵਨ ਇਸ ਤਰ੍ਹਾਂ ਦਾ ਤਰਸਯੋਗ ਤੇ ਘਰ ਵਾਲਾ ਨਹੀਂ ਦੇਖਣਾ ਚਾਹੁੰਦਿਆ। ਇੱਥੇ ਆ ਗਏ ਹੋ ਤੇ ਫਿਰ ਚਰਨ ਧੂੜ ਗੁਰੂ ਦੀ, ਗੁਰੂ ਦੇ ਪਿਆਰਿਆਂ ਦੀ ਲੈ ਕੇ ਨਿਮਰਤਾ ਨਾਲ, ਸਮਰਪਣ ਭਾਵਨਾ ਨਾਲ ਬੈਠੋਗੇ। ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪੈਣੀ, ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਪੈਣੀ। ਏਡੇ ਮਹਾ ਪਵਿੱਤਰ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਓਗੇ। ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ। ਕਰੋੜਾਂ ਲੱਖਾਂ ਪ੍ਰਯਾਗ ਇਤਿਆਦ ਤੀਰਥਾਂ ਦੇ ਇਸ਼ਨਾਨ ਤੁਹਾਡੇ ਸਾਹਮਣੇ ਤੁੱਛ ਹੋ ਜਾਣਗੇ ਜਦੋਂ ਤੁਸੀਂ ਇੱਥੇ ਆ ਕੇ ਗੁਰੂ ਦੇ
ਤੇ ਗੁਰੂ ਦੇ ਪਿਆਰਿਆਂ ਦੀ ਚਰਨ ਧੂੜ ਮਸਤਕ ਨੂੰ ਲਾਉਂਦਿਆਂ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤੀ ਵਿੱਚ ਵਸਾ ਕੇ ਪੜ੍ਹਦਿਆਂ ਸੁਣਦਿਆਂ ਗਾਉਂਦਿਆਂ ਵਿਚਾਰਦਿਆਂ ਕਮਾਓਗੇ। ਮਹਾਰਾਜ ਕਹਿੰਦੇ ਮੇਰਾ ਅਨੁਭਵ ਹੈ, ਮੈਂ ਇਸੇ ਕਰਕੇ ਤੁਹਾਨੂੰ ਕਹਿਣਾ ਸ਼ਬਦ ਨੂੰ ਆਪਣਾ ਆਸਰਾ ਬਣਾਓ, ਸ਼ਬਦ ਦੀ ਟੇਕ ਰੱਖੋ। ਉਦਾਂ ਜਿਵੇਂ ਕਿਸੇ ਇਮਾਰਤ ਦੇ ਥੱਲੇ ਇਹ ਥੰਮਲੇ ਬਣੇ ਆ ਨਾ, ਪਿੱਲਰ ਜਿਹਨੂੰ ਅਸੀਂ ਕਹਿੰਦੇ ਆ, ਇਹਨਾਂ ਪਿੱਲਰਾਂ ਦੇ ਸਿਰ ਤੇ, ਇਹਨਾਂ ਥੰਮਾਂ ਦੇ ਸਿਰ ਤੇ ਇਹ ਇਮਾਰਤ ਖੜੀ ਹੈ। ਇਦਾਂ ਗੁਰੂ ਦੇ ਸ਼ਬਦ ਨੂੰ ਜਦੋਂ ਆਸਰਾ ਜ਼ਿੰਦਗੀ ਦਾ ਬਣਾਓਗੇ, ਤੁਹਾਡੀ ਜ਼ਿੰਦਗੀ ਰੂਪੀ ਇਮਾਰਤ ਕਦੀ ਗਿਰੇਗੀ ਨਹੀਂ, ਕਦੀ ਟੁੱਟੇਗੀ ਨਹੀਂ। ਇਹਦੇ ਵਿੱਚ ਆਨੰਦਮਈ ਨਤੀਜੇ। ਮਹਾਰਾਜ ਕਹਿੰਦੇ ਜੋ ਮੰਦਰ ਕੋ ਥੰਮੈ ਥੰਮਨ, ਤਿਉ ਗੁਰ ਕਾ ਸ਼ਬਦ ਮਨੈ ਅਸਥੰਮਨ। ਇਦਾਂ ਅਸੀਂ ਗੁਰੂ ਦੇ ਸ਼ਬਦ ਦੇ ਆਊਟ ਆਸਰੇ ਵਿੱਚ ਜੀਏ ਤਾਂ ਫਿਰ ਮਹਾਰਾਜ ਕਹਿੰਦੇ ਆਨੰਦ ਦੇ ਨਤੀਜੇ ਜੀਵਨ ਵਿੱਚ ਨਿਕਲਣਗੇ। ਇਹੋ ਹੀ ਮੰਗ ਅਸੀਂ ਗੁਰੂ ਕੋਲ ਲੈ ਕੇ ਆਉਂਦੇ ਹਾਂ, ਪਾਤਸ਼ਾਹ ਸਾਨੂੰ ਆਨੰਦਮਈ ਜੀਵਨ ਜਿਉਣ ਦਾ ਭੇਦ ਸਮਝਾ ਦਿਓ। ਕੱਲਾ ਸਮਝਾਓ ਹੀ ਨਾ, ਇਹ ਭੇਦ ਅਸੀਂ ਕਮਾਉਣ ਵਾਲੇ ਪਾਸੇ ਤੁਰ ਸਕੀਏ। ਦਾਤਾ ਜੀ ਰਹਿਮਤ ਕਰਨ। ਅੱਜ ਦੇ ਇਸ ਮੁਬਾਰਕ ਦਿਨ ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਲੋਕ ਪਰਲੋਕ ਦਾ ਸੁਖ ਦਾਤਾ ਜਾਣ ਕੇ ਉਹਨਾਂ ਦਾ ਪੁਰਬ ਮਨਾ ਰਹੇ ਹਾਂ, ਤਾਂ ਉਹਨਾਂ ਦੇ ਸ਼ਬਦ ਦਾ ਓਟ ਆਸਰਾ ਲੈ ਕੇ ਅਸੀਂ ਆਪਣਾ, ਆਪਣੇ ਪਰਿਵਾਰਾਂ ਦਾ ਤੇ ਸਰਬੱਤ ਦਾ ਭਲਾ ਕਰਨ ਦੇ ਯੋਗ ਹੋ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦੇ ਮਾਣ ਪਿਆਰ ਲਈ। ਦਾਤਾਰ ਪਾਤਸ਼ਾਹ ਸਾਰਿਆਂ ਨੂੰ ਗੁਰ ਸ਼ਬਦ ਦਾ ਪਿਆਰ ਤੇ ਫਿਰ ਇਸ ਪਿਆਰ ਦਾ ਸਦਕਾ ਸਾਰਿਆਂ ਦੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਵਾਲਾ ਆਨੰਦਮਈ ਬਖਸ਼ਿਸ਼ ਭਰਿਆ ਜੀਵਨ ਆਵੇ। ਤੇ ਤੁਹਾਡੀਆਂ ਅਸੀਸਾਂ ਨਾਲ ਮੈਨੂੰ ਵੀ ਵਿਦਾ ਕਰੋ ਤਾਂ ਕਿ ਮੈਨੂੰ ਵੀ ਤੁਹਾਡੀ ਤੇ ਗੁਰਸ਼ਬਦ ਦੀ ਸੰਗਤ ਨਾਲ ਆਪਣੇ ਸਵਾਸ ਸਫਲੇ ਕਰਨੇ ਆ ਜਾਣ। ਇਹਨੇ ਸ਼ਬਦ ਪ੍ਰਵਾਨ ਕਰਨੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ